ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ। ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਿਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦੇ ਇਹ ਪਲ ਮਾਣ ਪਾ ਰਹੇ ਹਾਂ। ਆਓ ਭਾਗਤਾ ਹੈ। ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ। ਹੁਣ ਸਮਾਂ ਗੁਰ ਸ਼ਬਦ ਵਿਆਖਿਆ ਦਾ ਹੈ, ਜਿਸ ਵਿੱਚ ਜੋ ਲੜੀਵਾਰ ਬਾਣੀ ਵਿਚਾਰੀ ਜਾ ਰਹੀ ਹੈ, ਉਹ ਰਚਨਾ ਗੌੜੀ ਸੁਖਮਨੀ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸੰਦੇਸ਼ ਰਾਗ ਗੌੜੀ ਦੇ ਵਿੱਚ ਲਮੇਰੀ ਬਾਣੀ। ਇਸ ਪਾਵਨ ਰਚਨਾ ਨੂੰ ਵਿਚਾਰਦਿਆਂ ਹੋਇਆਂ ਅਸੀਂ ਅੱਜ 23 ਨੰਬਰ ਅਸ਼ਟਪਦੇ ਦਾ ਆਖਰੀ ਬੰਦ ਸਰੂਤ ਪਾਇਆ ਹੈ, ਕਿਉਂਕਿ ਸਾਰੀ ਬਾਣੀ ਦੇ ਵਿੱਚ 24 ਅਸ਼ਟਪਦੇ ਨੇ। ਸੋ ਇੱਕ ਲਾਸਟ ਤੋਂ ਜਿਹੜਾ ਪਹਿਲਾ ਅਸ਼ਟਪਦਾ ਹੈ ਉਹ ਅੱਜ ਸੰਪੂਰਨ ਹੋ ਰਿਹਾ ਹੈ। ਬਚਨ
ਬੀਤੇ ਤੋਂ ਜਿਵੇਂ ਅਸੀਂ ਵਿਚਾਰਦੇ ਆ ਰਹੇ ਹਾਂ, ਖਾਸ ਕਰਕੇ ਜੋ ਇਸ ਪਾਵਨ ਅਸ਼ਟਪਦੀ ਦਾ ਸ਼ਲੋਕ ਸੀਗਾ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਉਹਦੀ ਰਿਫਲੈਕਸ਼ਨ ਆਲਮੋਸਟ ਹਰ ਲਾਈਨ ਦੇ ਵਿੱਚ ਮੌਜੂਦ ਸੀਗੀ। ਇਸ ਤਰ੍ਹਾਂ ਕਹਿ ਲਈਏ ਕਿ ਉਸੇ ਚੀਜ਼ ਨੂੰ ਹੀ ਗੁਰੂ ਬਾਬਾ ਜੀ ਨੇ ਬੜੇ ਸਫਿਸਟੀਕੇਟਡ ਵੇ ਦੇ ਨਾਲ ਉਹਦੀ ਸਿਗਨੀਫਿਕੇਸ਼ਨ ਜੋ ਹੈ ਉਸ ਨੂੰ ਸਾਨੂੰ ਵਾਰ-ਵਾਰ ਦੁਹਰਾ ਕੇ ਸਮਝਾਇਆ ਹੈ। ਸੋ ਅੱਜ ਜੋ ਅਸੀਂ ਪਦਾ ਵਿਚਾਰਨ ਲੱਗੇ ਹਾਂ, ਇਹਦੇ ਵਿੱਚ ਬਿਲਕੁਲ ਉਹਦਾ ਸਾਰ ਤੱਤ ਆ ਜਾਏਗਾ। ਬਚਨ ਪ੍ਰਾਰੰਭ ਕਰ ਰਹੇ ਹਾਂ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਜੋ ਜਾਣੈ ਤਿਸ ਸਦਾ ਸੁਖ ਹੋਏ। ਜਾਣੈ ਜਾਣ ਲੈਣਾ, ਜਾਣਕਾਰ ਹੋ ਜਾਣਾ, ਬੁੱਝ ਲੈਣਾ, ਸਮਝ ਲੈਣਾ। There are so many different words we use for this one terminology or one kind of, you can say, ਅੰਡਰਸਟੈਂਡਿੰਗ, ਜਿਹੜੀ ਸਾਡੇ ਅੰਦਰ ਕਿਸੇ ਚੀਜ਼ ਬਾਬਤ ਸਮਝ ਆਵੇ, ਉਹਦੇ ਲਈ ਅਸੀਂ ਇਹ ਵੱਖਰੇ ਵੱਖਰੇ ਵਰਡਸ ਯੂਜ਼ ਕਰਦੇ ਹਾਂ। ਗੁਰੂ ਬਾਬਾ ਜੀ ਕਿਤੇ ਇਸ ਤਰ੍ਹਾਂ ਵੀ ਬਿਆਨ ਕਰਦੇ ਨੇ, ਜੇ ਕੋ ਬੁੱਝੈ ਹੋਵੇ ਸਚਿਆਰ, ਬੁੱਝ ਲੈਣਾ। ਕਿਤੇ ਕਿਹਾ ਜਾਂਦਾ ਹੈ ਕਿ ਜਿਵੇਂ ਤੂੰ ਜਾਣ ਲਏਗਾ ਉਸੇ ਤਰੀਕੇ ਨਾਲ ਤੂੰ ਜਨ ਬਣ ਜਾਏਗਾ, ਚੀਨ ਲਏਗਾ। ਸੋ ਇੱਥੇ ਕਿਹਾ ਜੋ ਜਾਣੈ ਤਿਸ ਸਦਾ ਸੁਖ ਹੋਏ। ਜਿਹੜਾ ਜਾਣ ਲਏਗਾ ਉਸ ਨੂੰ ਸਦੀਵ ਕਾਲੀ ਸੁੱਖ ਦੀ ਪ੍ਰਾਪਤੀ ਹੋਏਗੀ। ਹੁਣ ਇਹ 'ਚ ਦੋ ਰੂਪ ਆ ਰਹੇ ਨੇ, ਇੱਕ ਤੇ ਸਦੀਵ ਕਾਲੀ ਸੁੱਖ, ਦੂਸਰਾ ਜਾਣ ਲੈਣਾ। ਜਿਹੜੀ ਬਾਤ ਆਪਾਂ ਸ਼ੁਰੂਆਤ ਵਿੱਚ ਸ਼ਲੋਕ ਵਿਚਾਰਦਿਆਂ ਕੀਤੀ ਸੀ ਕਿ ਗਿਆਨ ਅੰਜਨ ਗੁਰ ਦੀਆ, ਕਿਆ ਜੋ ਜਾਣੈ। ਹੁਣ ਜਾਣਨਾ, ਚੀਨਣਾ, ਪਹਿਚਾਨਣਾ, ਆਪਾਂ ਬੜੇ ਤਾਲੀਮ ਆਫਤਾ ਸਮਾਜ 'ਚ ਰਹਿ ਰਹੇ ਹਾਂ। ਬੜੀ ਹਾਈਲੀ ਐਜੂਕੇਟਡ ਸੁਸਾਇਟੀ ਮੰਨੀ ਜਾਂਦੀ ਹੈ ਨਾਰਥ ਅਮਰੀਕਾ ਦੀ। ਦੁਨੀਆ ਦੇ ਬੈਸਟ ਐਕੈਡੈਮਿਕ ਜਿਹੜੇ ਇੰਸਟੀਟਿਊਸ਼ਨਸ ਨੇ, ਯੂਨੀਵਰਸਿਟੀਜ਼ ਨੇ, ਆਲਮੋਸਟ ਇੱਥੇ ਨੇ ਸਾਰੀਆਂ। ਫਿਰ ਜੇ ਆਪਾਂ ਪਰ ਕੈਪੀਟਾ ਐਜੂਕੇਸ਼ਨ ਦਾ ਲੈਵਲ ਦੇਖੀਏ ਤਾਂ ਉਹ ਵੀ ਬੜਾ ਹਾਈ ਹੈ। ਗ੍ਰੇਡ 12 ਤੱਕ ਦੀ ਐਜੂਕੇਸ਼ਨ ਮੈਂਡੇਟਰੀ ਹੈ, ਤੁਹਾਨੂੰ ਯੂ ਹੈਵ ਟੂ ਐਕਚੁਅਲੀ ਗੈਟ ਇਟ। ਕਈ ਪੀੜ੍ਹੀਆਂ ਤੋਂ ਤੁਰੀ ਆਉਂਦੀ ਇਸ ਰੂਪ ਦੇ ਅੰਦਰ। ਫਿਰ ਇਹਦੇ ਨਾਲ ਨਾਲ ਵੈਸੇ ਵੀ ਬੜਾ ਇਨੋਵੇਟਿਵ ਵਰਲਡ ਆ, ਹਰ ਤਰ੍ਹਾਂ ਦੀ ਇਨੋਵੇਸ਼ਨ ਹੋ ਰਹੀ ਹੈ ਇੱਥੇ, ਹਰ ਰੂਪ ਦੇ ਵਿੱਚ ਤਾਲੀਮ ਦੇ ਨੈਕਸਟ ਤੋਂ ਨੈਕਸਟ ਪੜਾਅ ਤੱਕ ਲਿਜਾਇਆ ਜਾ ਰਿਹਾ ਹੈ। ਜੋ ਅੱਜ ਸਾਈਬਰ ਵਰਲਡ ਜਾਂ ਵੈਬ ਵਰਲਡ ਜਾਂ ਇਨਫੋਰਮੇਸ਼ਨ ਐਂਡ ਟੈਕਨੋਲੋਜੀ IT, ਅਤੇ ਫਿਰ ਉਸ ਤੋਂ ਅਗਲੇ ਪੜਾਅ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ AI ਦੀਆਂ ਗੱਲਾਂ ਹੋ ਰਹੀਆਂ ਨੇ, ਉਹਦੇ 'ਚ ਲੀਡ ਹੀ ਇਹ ਸੁਸਾਇਟੀ ਕਰ ਰਹੀ ਹੈ। ਸੋ ਕੋਈ ਗਿਆਨ ਦੀ ਇੰਤਹਾ ਥੋੜ੍ਹਾ ਹੈ, ਗਿਆਨ ਤੇ ਬੇਬਹਾ ਹੈ। ਇਹ ਸਾਰਾ ਗਿਆਨ ਹੋਣ ਦੇ ਬਾਵਜੂਦ ਵੀ ਇਸ ਸੁਸਾਇਟੀ ਦੇ ਅੰਦਰ ਜਿਹੜੇ ਇਸ਼ੂਜ਼ ਨੇ, ਜਿਹੜੇ ਇੱਥੋਂ ਦੇ ਚੈਲੰਜਸ ਨੇ, ਉਹ ਆਮ ਦੂਜੀਆਂ ਸੁਸਾਇਟੀਜ਼ ਨਾਲੋਂ ਕਿਤੇ ਕੰਪਲੈਕਸ ਨੇ। ਆਪਾਂ ਦੇਖੀਏ ਦੂਜੇ ਸਮਾਜਾਂ ਦੇ ਵਿੱਚ ਆਪਾਂ ਜਿਸ ਦੌਰ 'ਚੋਂ ਲੰਘ ਰਹੇ ਹਾਂ, ਆਈਡੈਂਟੀਟੀ ਕ੍ਰਾਈਸਿਸ ਆ। ਮਤਲਬ ਇੱਕ ਬਹੁਤ ਸਿੰਪਲ ਜੀ ਚੀਜ਼ ਲੈ ਲਈਏ ਕਿ ਆ ਫਿਜ਼ੀਕਲ ਸਟਰਕਚਰ ਆ, ਇਸ ਫਿਜ਼ੀਕਲ ਸਟਰਕਚਰ ਦੇ ਨਾਲ ਇੱਕ ਬਹੁਤ ਸਾਰੀਆਂ ਆਈਡੈਂਟੀਟੀਜ਼ ਦੇ ਨਾਲ ਇੱਕ ਜੈਂਡਰ ਆਈਡੈਂਟੀਟੀ ਹੈ ਵੀ ਆਈਦਰ ਯੂ ਆਰ ਕਮਿੰਗ ਫਰੋਮ ਮੇਲ ਸਾਈਡ ਔਰ ਫੀਮੇਲ ਸਾਈਡ। ਹਾਂ, ਕਿਤੇ ਕੋਈ ਐਕਸੈਪਸ਼ਨਲ ਚੀਜ਼ ਹੈ, ਉਹ ਬਿਲਕੁਲ ਮਦਰ ਨੇਚਰ ਦੇ ਇਸ ਬਾਇਓਲੋਜੀਕਲ ਲਾ ਦੇ ਅੰਦਰ ਆਉਂਦੀ ਹੈ। ਪਰ ਆਪਾਂ ਜਿਸ ਮਵਾਲਿਕ 'ਚ ਰਹਿ ਰਹੇ ਹਾਂ, ਇੱਥੇ ਝਾਤ ਮਾਰ ਕੇ ਦੇਖੋ ਜਰਾ, ਕਿੱਡਾ ਵੱਡਾ ਆਈਡੈਂਟੀਟੀ ਕ੍ਰਾਈਸਿਸ ਚੱਲ ਰਿਹਾ ਹੈਗਾ। ਵੱਡੇ ਪੱਧਰ 'ਤੇ ਜਿਹੜਾ LGBTQ ਦਾ ਕੌਨਸੈਪਟ ਆ, ਤੇ ਸਿੱਧੇ ਤੌਰ 'ਤੇ ਦੱਸਿਆ ਜਾ ਰਿਹਾ ਕਿ ਕਨਫਿਊਜ਼ਨ ਆ, ਆਈਦਰ ਇਹ ਹੈ। ਸੋ ਇਹ ਕਿਤਨੀ ਕੰਪਲੈਕਸ ਲੈਵਲ ਦੀ ਸਿਚੁਏਸ਼ਨ ਨਜ਼ਰ ਪੈ ਰਹੀ ਹੈ। ਜਸਟ ਮੈਂ ਇੱਕ ਲੇਅਰ ਦੀ ਬਾਤ ਕੀਤੀ ਹੈ, ਫਿਰ ਇਹੋ ਜਿਹੀਆਂ ਮਲਟੀ ਡਾਇਮੈਂਸ਼ਨਲ ਲੇਅਰਸ ਨੇ ਇੱਥੇ। ਕੋਈ ਬੰਦਾ ਕਹੇ ਤਾਲੀਮ ਵਧਣ ਨਾਲ, ਗਿਆਨ ਵਧਣ ਦੇ ਨਾਲ ਮਤਲਬ ਹਰ ਚੀਜ਼ ਜਿਹੜੀ ਹੈ ਉਹ ਸੁਖਮਈ ਹੋ ਜਾਂਦੀ ਹੈ, ਚੰਗੀ ਹੋ ਜਾਂਦੀ ਹੈ, ਬੜੀ ਉਹਦੇ 'ਚ ਕੋਈ ਕਮੀ ਖਾਮੀ ਨਹੀਂ ਰਹਿ ਜਾਂਦੀ। ਇਹਦੀ ਤੇ ਮਿਸਾਲ ਸਾਡੇ ਸਾਹਮਣੇ ਆ ਸੁਸਾਇਟੀ ਇਸ ਰੂਪ ਦੇ ਵਿੱਚ। ਸੋ ਜੋ ਇਸ ਸਾਰੇ ਨੂੰ ਸਮਝਦਿਆਂ ਹੋਇਆਂ ਮੁਝ ਅਦਨਾ ਵਰਗਾ ਮਨੁੱਖ ਜਿਹੜਾ ਗੁਰਬਾਣੀ ਦੀ ਰੋਸ਼ਨੀ 'ਚ ਕੁਝ ਚੀਜ਼ਾਂ ਦੇਖਦਾ ਆ, ਜਦੋਂ ਥੋੜ੍ਹਾ ਧਿਆਨ ਨਾਲ ਦੇਖਦਾ ਤਾਂ ਫਿਰ ਬਾਬਾ ਜੀ ਦੇ ਬਚਨ ਸਮਝ ਆਉਂਦੇ ਨੇ। ਜਿਵੇਂ ਗੁਰੂ ਮਹਾਰਾਜ ਆਸਾ ਕੀ ਵਾਰ 'ਚ ਬਿਆਨ ਕਰਦੇ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਮੈਂ ਅਕਸਰ ਬਿਆਨ ਕਰਦਾ, ਕਿਸੇ ਨੇ 100 ਚੰਦਰਮਾ ਚੜ੍ਹਿਆ ਹੋਇਆ ਨਹੀਂ ਦੇਖਿਆ,
ਕਿਸੇ ਨੇ 1000 ਸੂਰਜ ਵੀ ਕਦੀ ਚੜਿਆ ਨਹੀਂ ਦੇਖਿਆ। ਇਹ ਬੜੇ ਮੈਟਾਫੋਰਿਕ ਵੇ ਦੇ ਨਾਲ, ਬੜੇ ਪ੍ਰਤੀਕਾਤਮਕ ਪੱਖ ਨਾਲ ਗੁਰੂ ਬਾਬਾ ਜੀ ਨੇ ਬਾਤ ਕਹੀ ਹੈ। ਚੰਦਰਮਾ ਸੂਰਜ ਰੌਸ਼ਨੀ ਦੇ ਪ੍ਰਤੀਕ ਨੇ। ਗਿਆਨ ਅੰਜਨ ਗੁਰੂ ਦੀਆ, ਜਿੱਥੋਂ ਬਾਤ ਸ਼ੁਰੂ ਕੀਤੀ ਸੀ, ਗੁਰੂ ਗਿਆਨ ਦਿੰਦਾ, ਪਰ ਇਹ ਗਿਆਨ ਕਿਸੇ ਹੋਰ ਚੀਜ਼ ਦੇ ਬਾਬਤ ਜਾਂ ਕਿਸੇ ਹੋਰ ਚੀਜ਼ ਦਾ ਸਬਸਟੀਟਿਊਟ ਨਹੀਂ ਹੈਗਾ। ਇਹ ਗਿਆਨ ਆਪਣੇ ਆਪ ਵਿੱਚ ਬੜਾ ਯੂਨੀਕ ਆ। ਮਹਾਰਾਜ ਬਿਆਨ ਕਰਦੇ, ਜਿੰਨੀ ਮਰਜ਼ੀ ਨੌਲੇਜ ਹੋਏ, ਜਿੰਨਾ ਮਰਜ਼ੀ ਗਿਆਨ ਹੋਏ ਚਾਰ ਚੁਫੇਰੇ, ਅਕੈਡੈਮਿਕ ਲੈਵਲ 'ਤੇ ਹੋਰ ਸਭ ਚੀਜ਼ਾਂ ਦੇ ਵਿੱਚ, ਜਿਵੇਂ ਹੁਣ ਤਾਂ ਖੈਰ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਪੜ੍ਹਿਆ ਜਾ ਰਿਹਾ ਅੱਜ ਕੱਲ੍ਹ, ਪਰ ਇੱਕ ਸ਼ਖਸ ਹੈ ਸਵੀਟ ਮਾਰਟਨ, ਉਹ ਸ਼ੁਰੂ ਦੇ ਵਿੱਚ ਜਿਵੇਂ ਮੋਟੀਵੇਸ਼ਨਲ ਸਾਈਡ ਦੀਆਂ ਗੱਲਾਂ ਸ਼ੁਰੂ ਹੋਈਆਂ ਤਾਂ ਉਹਨੂੰ ਬੜਾ ਪੜ੍ਹਿਆ ਜਾ ਰਿਹਾ ਸੀਗਾ। ਮੈਨੂੰ ਯਾਦ ਆ ਸਾਡੀ ਸਕੂਲਿੰਗ ਦੇ ਟਾਈਮ ਦੇ ਵਿੱਚ ਸਾਡੇ ਵਾਸਤੇ ਇੱਕ ਸਕੂਲ ਦਾ ਪਾਰਟ ਹੁੰਦਾ ਸੀਗਾ ਕਿ ਜਿਹੜਾ ਸਵੇਰੇ ਨਿਊਜ਼ਪੇਪਰ ਆਉਂਦਾ ਆ, ਹਰ ਕਲਾਸ ਦੀ ਡਿਊਟੀ ਹੁੰਦੀ ਸੀ ਕਿ ਵੀਕਲੀ ਬੇਸਿਸ 'ਤੇ ਉਹ ਨਿਊਜ਼ਪੇਪਰ ਦਾ ਇੱਕ ਆਰਟੀਕਲ ਉਹ ਚੂਜ਼ ਕਰਨਾ ਆ, ਮਤਲਬ ਹਰ ਬੱਚੇ ਨੇ, ਅਤੇ ਉਸ ਨੂੰ ਪੜ੍ਹ ਕੇ ਫਿਰ ਪੈਰਾਫਰੇਜ਼ ਕਰਕੇ ਆਪਣੇ ਵਰਡਸ ਦੇ ਵਿੱਚ ਉਹ ਕਲਾਸ ਨੂੰ ਸਮਝਾਉਣਾ ਆ। ਇੱਕ ਬੜਾ ਪ੍ਰੈਕਟੀਕਲ ਆਪਣੇ ਆਪ ਦੇ ਵਿੱਚ ਐਜੂਕੇਟ ਕਰਨ ਦਾ ਤਰੀਕਾ ਸੀਗਾ। ਖੈਰ ਮੈਨੂੰ ਯਾਦ ਹੈ ਇੱਕ ਆਰਟੀਕਲ ਉਹਦੇ 'ਚ ਆਇਆ, ਅਤੇ ਆਰਟੀਕਲ ਸੀਗਾ ਸਵੀਟ ਮਾਰਟਨ ਦਾ ਲਿਖਿਆ ਹੋਇਆ, ਬੜਾ ਪ੍ਰਭਾਵਸ਼ਾਲੀ ਆਰਟੀਕਲ। ਇਸ ਤਰੀਕੇ ਨਾਲ ਸ਼ੁਰੂ ਹੁੰਦਾ, ਬੜਾ ਹੈ ਤਾਂ ਲੰਮਾ ਚੌੜਾ ਟੂਕ ਮਾਤਰ ਮੈਂ ਬਿਆਨ ਕਰਾਂ। ਉਹ ਕਹਿੰਦਾ ਸੀ ਹਰ ਰੋਜ਼ ਅਖਬਾਰਾਂ ਪੜ੍ਹਦੇ ਹਾਂ ਅਤੇ ਅਖਬਾਰਾਂ ਦੇ ਵਿੱਚ ਵੱਖਰੀਆਂ ਐਡਸ ਆਉਂਦੀਆਂ ਨੇ, ਜਿਹਨੂੰ ਕਲਾਸੀਫਾਈਡਸ ਕਹਿ ਦਿੰਦੇ ਹਾਂ ਅਸੀਂ। ਉਹਨਾਂ ਕਲਾਸੀਫਾਈਡਸ, ਉਹਨਾਂ ਐਡਸ ਦੇ ਅੰਦਰ ਇਸ ਕਿਸਮ ਦੀਆਂ ਜਿਹੜੀਆਂ ਨੇ ਵੈਕੈਂਸੀਜ਼ ਆਉਂਦੀਆਂ ਨੇ ਕਿ ਸਾਨੂੰ ਨਾ 5 ਬੰਦੇ ਚਾਹੀਦੇ ਨੇ ਜਿਹੜੇ ਟੀਚਰ ਹੋਣ, ਜਿਹਨਾਂ ਕੋਲ ਕੁਆਲੀਫਿਕੇਸ਼ਨ ਹੋਏ, ਇਸ ਤਰੀਕੇ ਦਾ ਉਹਨਾਂ ਦਾ ਪੋਰਟਫੋਲੀਓ ਹੋਏ, ਅਤੇ ਇਸ ਕਿਸਮ ਦੀ ਤਨਖਾਹ ਅਤੇ ਇਹ ਫੈਸਿਲਿਟੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ। ਸਾਨੂੰ ਇਸ ਫਰਮ ਨੂੰ 10 ਬੰਦੇ ਚਾਹੀਦੇ ਨੇ ਜਿਨ੍ਹਾਂ ਦੀ ਇੰਜੀਨੀਅਰ ਦੀ ਕੁਆਲੀਫਿਕੇਸ਼ਨ ਹੋਏ, ਐਂਡ ਦੈਟ ਕਾਈਂਡ ਆਫ ਜਿਹੜਾ ਹੈਗਾ ਉਹਨਾਂ ਨੂੰ ਪੇ ਸਕੇਲ ਦਿੱਤਾ ਜਾਏਗਾ। ਇਸ ਸਾਰੀ ਇਹ ਰਿਸਪੋਂਸੀਬਿਲਿਟੀਜ਼ ਹੋਣਗੀਆਂ। ਸੋ ਇਹੋ ਜਿਹੀਆਂ ਰੋਜ਼ ਅਸੀਂ ਐਡਵਰਟਾਈਜ਼ਮੈਂਟਸ ਦੇਖਦੇ ਹਾਂ, ਕਲਾਸੀਫਾਈਡਸ ਦੇਖਦੇ ਹਾਂ ਅਖਬਾਰਾਂ ਦੇ ਵਿੱਚ। ਕਹਿੰਦੇ ਵਕਤ ਪਾ ਕੇ ਉਹ ਸਾਰੀਆਂ ਜਿਹੜੀਆਂ ਵੈਕੈਂਸੀਜ਼ ਸੀਗੀਆਂ ਫੁੱਲਫਿਲ ਹੋ ਜਾਂਦੀਆਂ ਨੇ। ਟੀਚਰ ਲੱਗ ਜਾਂਦੇ ਨੇ, ਇੰਜੀਨੀਅਰ ਲੱਗ ਜਾਂਦੇ ਨੇ, ਕਿਤੇ ਕੋਈ ਪ੍ਰੋਫੈਸਰ ਚਾਹੀਦੇ ਨੇ ਉਹ ਲੱਗ ਜਾਂਦੇ ਨੇ, ਜੋ ਜਿਸ ਕਿਸਮ ਦੀ ਡਿਮਾਂਡ ਸੀਗੀ ਉਹ ਫੁੱਲਫਿਲ ਹੋ ਜਾਂਦੀ। ਪਰ ਕਹਿੰਦੇ ਕਮਾਲ ਇਹ ਹੈ, ਜਦੋਂ ਮੈਂ ਐਡ ਨੂੰ ਦੇਖਦਾ ਅਤੇ ਫਿਰ ਉਸ ਪੋਜੀਸ਼ਨ ਨੂੰ ਫੁੱਲਫਿਲ ਹੁੰਦਿਆਂ ਹੋਇਆਂ ਦੇਖਦਾ, ਮੈਂ ਰਿਅਲਾਈਜ਼ ਕਰਦਾ ਇੱਕ ਚੀਜ਼ ਮਿਸਿੰਗ ਹੈ ਵਿੱਚ। ਉਹ ਕਿਹੜੀ ਹੈ? ਕਿਹਾ ਗਿਆ ਸੀ ਸਾਨੂੰ 5 ਬੰਦੇ ਚਾਹੀਦੇ ਜਿਹੜੇ ਟੀਚਿੰਗ ਦੀ ਕੁਆਲੀਫਿਕੇਸ਼ਨ ਰੱਖਦੇ ਹੋਣ, ਜਿਹਨਾਂ ਕੋਲ ਟੀਚਿੰਗ ਦਾ ਐਕਸਪੀਰੀਅੰਸ ਹੋਏ। ਕਹਿੰਦੇ ਵੀ ਨੋ ਡਾਊਟ ਟੀਚਰ ਦੀ ਪੋਜੀਸ਼ਨ ਨੂੰ 5 ਬੰਦੇ ਮਿਲ ਗਏ ਐਜ਼ ਏ ਟੀਚਰ, ਪਰ ਜਿਹੜੇ ਉਹਨੇ ਖਾਸ ਗੱਲ ਕਹੀ ਸੀ 5 ਬੰਦੇ, ਕਹਿੰਦੇ ਉਹ ਟੀਚਰ ਤੇ ਪੂਰੇ ਨੇ, ਸਮਹਾਓ ਬੰਦੇ ਪੂਰੇ ਨਹੀਂ ਗਏ। ਜੇ ਬੰਦੇ ਪੂਰੇ ਹੁੰਦੇ ਤੇ ਫਿਰ ਟੀਚਰ ਤੇ ਜੇ ਇਨਸਾਨੀਅਤ ਨਾਲ ਭਰਿਆ ਹੋਇਆ ਹੈ, ਜਿਹਦੇ ਜੀਵਨ ਨੂੰ ਛੂਹ ਦੇਗਾ, ਉਹ ਤੇ ਪੂਰਾ ਇਨਸਾਨ ਬਣ ਜਾਏਗਾ। ਸਕੂਲਾਂ 'ਚੋਂ ਨਿਕਲਦੇ ਹੋਏ ਬੱਚਿਆਂ ਨੂੰ ਤੁਸੀਂ ਦੇਖੋ ਕਿਸ ਕੰਡੀਸ਼ਨ ਦੇ ਵਿੱਚ ਆ। ਆਪਾਂ ਜਿਹੋ ਜਿਹੇ ਹਾਲਾਤਾਂ 'ਚੋਂ ਗੁਜ਼ਰ ਰਹੇ ਹਾਂ, ਆਮ ਕਿਹਾ ਜਾਂਦਾ ਆ ਹਾਈ ਸਕੂਲ ਦੇ ਬੱਚੇ ਦੇ ਆਰ ਡੂਇੰਗ ਦਿਸ ਕਾਈਂਡ ਆਫ ਸਟੱਫ, ਦੇ ਆਰ ਡੂਇੰਗ ਦਿਸ ਕਾਈਂਡ ਆਫ ਸਟੱਫ। ਫਿਰ ਕਿਹਾ ਜਾਂਦਾ ਅੱਛਾ, ਫਿਰ ਜਿਹੜੇ ਉੱਥੇ ਲੋਕ ਉਹਨਾਂ ਨੂੰ ਐਜੂਕੇਟ ਕਰ ਰਹੇ ਨੇ, ਵੇਰ ਆਰ ਦੇ? ਉਹ ਕਹਿਣਗੇ ਨਹੀਂ ਸਾਡਾ ਕੋਈ ਰੋਲ ਨਹੀਂ, ਇਹਦੇ 'ਚ ਰੋਲ ਹੈ ਮੈਨੇਜਮੈਂਟ ਦਾ। ਅੱਛਾ, ਮੈਨੇਜਮੈਂਟ ਵਾਲੇ ਵੀ ਤਾਂ ਬੰਦੇ ਹੀ ਨੇ। aren't they able to fulfill some sort of human values? ਉਹ ਕਹਿੰਦੇ no, we are not decision makers are trustees ਕਿੱਧਰ ਗਏ ਭਾਈ? ਫਿਰ ਹੋਰ ਪਿੱਛੇ ਇੱਕ ਡੈਮੋਕ੍ਰੈਟਿਕ ਵਰਲਡ ਦੀ ਮੁਸ਼ਕਿਲ ਇਹ ਵੀ ਹੈ, ਇਹਦੇ 'ਚ ਨੋ ਡਾਊਟ ਕਿ ਵੱਖਰੇ ਤਰੀਕੇ ਨਾਲ ਤੁਹਾਨੂੰ ਰਿਪਰੈਜ਼ੈਂਟੇਟਿਵ ਕਰਨ ਵਾਲੇ ਲੋਕ ਮਿਲਦੇ ਅਤੇ ਤੁਹਾਨੂੰ ਪਾਰਟੀਸਪੇਸ਼ਨ ਮਿਲਦੀ, ਸਭ ਕੁਝ, ਪਰ ਐਟ ਦਾ ਐਂਡ ਅਕਾਊਂਟੇਬਿਲਿਟੀ ਕਿਸੇ ਦੀ ਨਹੀਂ ਰਹਿ ਜਾਂਦੀ। ਕੋਈ ਅਕਾਊਂਟੇਬਲ ਨਹੀਂ ਹੈਗਾ। ਉਹ ਉਹਦੇ ਵੱਲ ਉਂਗਲ ਕਰਦਾ, ਉਹਦੇ ਵੱਲ, ਅਖੀਰ ਦੇ ਵਿੱਚ ਕਿਹਾ ਜਾਂਦਾ ਵੀ ਸਾਰੇ ਜ਼ਿੰਮੇਵਾਰ ਆ। ਦੈਟਸ ਇਟ, ਕੰਮ ਖਤਮ ਹੋਇਆ। ਵੀ ਆਰ ਆਲ ਰਿਸਪੋਂਸੀਬਲ ਬਿਕੋਜ਼ ਵੀ ਆਰ ਦ ਵੋਟਰਸ, ਵੀ ਹੈਵ ਡਨ ਆਵਰ ਪਾਰਟ, ਸੋ ਦਿਸ ਇਜ਼ ਰਿਪਲ ਇਫੈਕਟ। ਸੋ 1 by 1 ਐਕਚੁਅਲੀ ਥਿੰਗਸ ਆਰ ਮੂਵਿੰਗ ਟੂਵਰਡ ਦੈਟ ਡਾਇਰੈਕਸ਼ਨ। ਸੋ ਇਸ ਰੂਪ ਵਿੱਚ ਬਾਤਾਂ ਆ ਗਈਆਂ। ਇਨਡੀਡ ਜਿਹੜੀ ਮੈਂ ਬਾਤ ਕਰ ਰਿਹਾ ਸੀਗਾ, ਉਹ ਕਹਿੰਦਾ ਹੈ ਸੁਸਾਇਟੀ ਨੂੰ 5 ਟੀਚਰ ਚਾਹੀਦੇ, 5 ਬੰਦੇ ਚਾਹੀਦੇ ਜੋ ਟੀਚਰ ਹੋਣ। ਟੀਚਰ ਮਿਲ ਗਏ, ਬੰਦੇ ਨਹੀਂ ਮਿਲੇ। 10 ਬੰਦੇ ਚਾਹੀਦੇ ਜੋ ਇੰਜੀਨੀਅਰ ਹੁੰਦੇ, ਇੰਜੀਨੀਅਰ ਮਿਲ ਕੇ ਬੰਦੇ ਨਹੀਂ ਮਿਲੇ। ਲਾਇਰ ਇਹੋ ਜਿਹੇ ਚਾਹੀਦੇ ਜੋ ਬੰਦੇ ਹੁੰਦੇ, ਲਾਇਰ ਮਿਲ ਕੇ ਬੰਦੇ ਨਹੀਂ ਹੈਗੇ। ਕਹਿੰਦਾ ਸੁਸਾਇਟੀ ਦੀ ਵੱਡੀ ਨੀਡ ਟੀਚਰ, ਲਾਇਰਸ,
ਪ੍ਰੋਫੈਸਰਸ, ਰਾਈਟਰਸ, ਇਹ ਨਹੀਂ ਗੇ। नो डाउट they are very important part for society, but at the same time society ਕੱਲੀ ਲਾਇਰਸ ਤੇ ਡਾਕਟਰ ਤੇ ਟੀਚਰਸ ਨਾਲ ਨਹੀਂ ਬਣਦੀ, ਇਹ ਬਣਦੀ ਹਿਊਮਨਸ ਦੇ ਨਾਲ। ਜੇ ਹਿਊਮਨ ਐਲੀਮੈਂਟ ਹੀ ਮਿਸਿੰਗ ਗਿਆ ਫਿਰ ਅਲਟੀਮੇਟ ਸੁਸਾਇਟੀ ਕੈਸੀ ਹੋਏਗੀ? ਸਾਡੇ ਸਾਹਮਣੇ ਹੈ। ਘਰਾਂ ਥਾਵਾਂ ਦੇ ਵਿੱਚ ਡਾਇਸਪੋਰਾ 'ਚ ਬੈਠੇ ਹੋਏ ਲੋਕ ਜਿਨ੍ਹਾਂ ਨੇ ਥੋੜ੍ਹੀ ਬਹੁਤੀ ਐਫਰਟ ਪਾ ਕੇ ਸੈਕਿੰਡ ਜਨਰੇਸ਼ਨ ਪੜ੍ਹਾ ਲਈ, ਕੁਛ ਅੱਗੇ ਉਹਨਾਂ ਨੇ ਚੰਗੇ ਅਰਨਿੰਗ ਹੈਂਡ ਸਟਰੋਂਗ ਹੋ ਗਏ, ਅਤੇ ਉਹ ਬੜੇ ਪ੍ਰਾਈਡ ਨਾਲ ਕਹਿਣਗੇ ਸਾਡਾ ਬੇਟਾ ਲਾਇਰ ਬਣ ਗਿਆ ਜੀ, ਸਾਡਾ ਬੇਟਾ ਡਾਕਟਰ ਬਣ ਗਿਆ। ਅਤੇ ਫਿਰ ਕਈ ਵਾਰੀ ਮਾਫੀ ਚਾਹਾਂਗਾ, ਇੱਕ ਬੜਾ ਸੋਸ਼ਲ ਜਿਹੜਾ ਸਕਾਲਰ ਬੰਦਾ ਆ, ਸੋਸ਼ੀਓਲੋਜੀ ਨੂੰ ਸਮਝਣ ਵਾਲਾ, ਉਹ ਕਹਿੰਦਾ ਇੱਕ ਪਲ ਲਈ ਤੁਸੀਂ ਕਹਿੰਦੇ ਹੋ ਬੇਟਾ ਡਾਕਟਰ ਬਣ ਗਿਆ, ਡਾਕਟਰ ਤਾਂ ਬਹੁਤ ਵਧੀਆ ਆ, ਬੇਟਾ ਕਿਵੇਂ ਦਾ ਆ? ਫਿਰ ਜਿਹੜੇ ਕੁਛ ਸੱਚ ਵਾਲੇ ਨੇ ਉਹ ਮਲਾਲ ਕਰਕੇ ਕਹਿਣਗੇ ਹਾਂ ਤੁਹਾਡੀ ਗੱਲ ਠੀਕ ਹੈ, ਉਹ ਲਾਇਰ ਤਾਂ ਪੂਰਾ ਆ, ਡਾਕਟਰ ਤਾਂ ਪੂਰਾ ਆ, ਬੇਟੇ ਵਾਲਾ ਰੋਲ ਉਹ ਤੋਂ ਤਵੱਕੋ ਨਹੀਂ ਕੀਤਾ ਜਾ ਸਕਦਾ। ਸਾਡੀ ਬੇਟੀ ਉਹ ਬਹੁਤ ਹਾਈਲੀ ਐਜੂਕੇਟਡ ਹੈ, ਇਸ ਪੋਜੀਸ਼ਨ 'ਤੇ ਹੈ, ਪੋਜੀਸ਼ਨ ਨੂੰ ਤਾਂ ਬਹੁਤ ਵਧੀਆ ਫੁਲਫਿਲ ਕਰ ਰਹੀ ਹੈ ਉਹ, ਪਰ ਬੇਟੀ ਵਾਲੇ ਰੋਲ 'ਚ ਕਿੱਥੇ ਖੜੀ ਆ ਉਹ? ਇੱਥੋਂ ਫਿਰ ਮੁਸ਼ਕਲ ਖੜੀ ਹੁੰਦੀ ਹੈ। ਇੱਥੋਂ ਪਤਾ ਲੱਗਦਾ ਇੰਨੀ ਰੌਸ਼ਨੀ, ਇੰਨਾ ਗਿਆਨ, ਇਹ ਸਭ ਕਿਸ ਕੰਮ ਆ ਰਿਹਾ ਆ? ਫਿਰ ਬਾਬਾ ਜੀ ਦੀ ਬਾਣੀ ਦੀ ਸਿਗਨੀਫਿਕੇਸ਼ਨ ਸਮਝ ਆਉਂਦੀ ਹੈ। ਜੇ 100 ਚੰਦਾ ਉਗਵੈ, ਚੜ੍ਹ ਜਾਏ 100 ਤਰ੍ਹਾਂ ਦਾ ਚੰਦਰਮਾ, ਚੜ੍ਹ ਜਾਏ 1000 ਸੂਰਜ, ਐਕੈਡੈਮਿਕ ਲੈਵਲ 'ਤੇ ਜਿੰਨੀ ਮਰਜ਼ੀ ਬੰਦਾ ਉਸ ਲੈਵਲ 'ਤੇ ਤਰੱਕੀ ਕਰ ਜਾਏ, ਪਰ ਐਟ ਦਾ ਐਂਡ ਜੇ ਉਹ ਐਜ਼ ਏ ਹਿਊਮਨ ਬੀਇੰਗ ਹੀ ਉਸ ਵੈਲਿਊ ਸਿਸਟਮ ਤੋਂ ਕਿਤੇ ਲੂਜ਼ ਕਰ ਗਿਆ, ਸਭ ਕੁਛ ਹੀ ਲੂਜ਼ ਕਰ ਗਿਆ। ਖੈਰ ਮੈਂ ਜਿਹੜੀ ਆਰਟੀਕਲ ਦੀ ਗੱਲ ਕਰ ਰਹੇ ਸੀ ਸਵੀਟ ਮਾਰਡਨ, ਉਹ ਕਹਿੰਦਾ ਸੁਸਾਇਟੀ ਨੂੰ ਇੰਜੀਨੀਅਰ, ਡਾਕਟਰ, ਟੀਚਰ ਸਾਰੇ ਮਿਲੀ ਜਾਂਦੇ ਨੇ, ਬੰਦੇ ਨਹੀਂ ਮਿਲਦੇ। ਪਰ ਕਹਿੰਦੇ ਅਨਫੋਰਚੂਨੇਟਲੀ ਸੁਸਾਇਟੀ ਸਾਰਾ ਜ਼ੋਰ ਵੀ ਇਸੇ ਗੱਲ 'ਤੇ ਲਾ ਰਹੀ ਹੈ, ਹਰ ਕਾਰਨਰ 'ਤੇ, ਹਰ ਮੋੜ 'ਤੇ ਕਿਤੇ ਕੋਈ ਅਕੈਡੈਮਿਕ ਅਦਾਰਾ ਖੋਲ੍ਹਿਆ ਜਾ ਰਿਹਾ ਟੀਚਰ ਬਣਾਉਣ ਵਾਸਤੇ, ਕੋਈ ਖੋਲ੍ਹਿਆ ਜਾ ਰਿਹਾ ਡਾਕਟਰ ਬਣਾਉਣ ਵਾਸਤੇ, ਲਾਇਰ ਬਣਾਉਣ ਵਾਸਤੇ। ਕਹਿੰਦਾ ਬੰਦੇ ਬਣਾਉਣ ਵਾਲਾ ਕੋਈ ਅਦਾਰਾ ਨਹੀਂ ਗਾ, ਨਾ ਉਸ ਕਿਸਮ ਦੀ ਕੋਈ ਸਿੱਖਿਆ ਆ। ਫਿਰ ਆਸ ਪੱਖ ਤੋਂ ਜਦੋਂ ਅਸੀਂ ਬਾਣੀ ਚਾਹੁੰਦੇ ਹਾਂ, ਗੁਰੂ ਮਹਾਰਾਜ ਜਿੱਥੇ ਆਪ ਬੈਠੇ ਹੋ, ਇਹਨੂੰ ਮਹਾਰਾਜ ਡਿਫਾਈਨ ਕਰਦੇ ਨੇ। ਬਾਬਾ ਜੀ ਕਹਿੰਦੇ ਨੇ ਸਤ ਸੰਗਤ ਸਤਿਗੁਰ ਚਟਸਾਲ ਹੈ। ਇਹ ਉਹ ਚਟਸਾਲ ਆ ਜਿੱਥੇ ਸਿੱਖੀ, ਸਿੱਖਿਆ, ਗੁਰ ਵਿਚਾਰ ਦਾ ਕੌਨਸੈਪਟ ਆਉਂਦਾ ਆ। ਸੋ ਇਹ ਇੱਥੇ ਅਸੀਂ ਇਸ ਤਰੀਕੇ ਦੀ ਗਿਆਨ, ਇਹ ਗਿਆਨ ਆਪਣੇ ਆਪੇ ਨੂੰ ਬੁੱਝਣ ਦਾ, ਜਾਣਨ ਦਾ ਹੈ, ਇਨਸਾਨੀ ਵੈਲਿਊ ਸਿਸਟਮ ਨੂੰ ਆਪਣੇ ਅੰਦਰ ਕੁਰੇਦਣ ਦਾ ਹੈ। ਇਨਸਾਨ ਜਿਤਨੇ ਵੱਡੇ ਪੱਧਰ 'ਤੇ ਆਪਣੇ ਅੰਦਰ ਨੂੰ ਕੁਰੇਦੇਗਾ, ਫੋਲੇਗਾ, ਵੇਖੇਗਾ, ਮੇਰੇ ਅੰਦਰ ਜੋ ਫਰਸਟ੍ਰੇਸ਼ਨ, ਗੁੱਸਾ, ਲਸਟ, ਗਰੀਡ, ਈਗੋ, ਜੈਲਸ, ਜੋ ਕੁਝ ਵੀ ਚੱਲਦਾ ਆ, ਇਹ ਸਾਰੇ ਦੇ ਰੂਟਸ ਫੋਲਾਂ ਮੈਂ। ਇਹਨਾਂ ਸਾਰਿਆਂ ਕਰਕੇ ਮੈਂ ਬਿਮਾਰ ਹੋ ਜਾਵਾਂਗਾ। ਮੈਂ ਇਹਨਾਂ ਸਾਰਿਆਂ ਨੂੰ ਹੌਲੀ ਹੌਲੀ ਕਰਕੇ ਝਾੜੂ ਮਾਰਾਂ, ਘੱਟ ਕਰਾਂ, ਖਤਮ ਕਰਾਂ। ਪ੍ਰਭਾਵ ਮੇਰੇ ਅੰਦਰ ਕਾਹਦਾ ਹੋਏ? ਧੀਰਜ ਦਾ, ਬੈਰਾਗ ਦਾ, ਪਿਆਰ ਦਾ, ਸਮਝ ਦਾ। ਮੇਰੇ ਅੰਦਰ ਇਹੋ ਜਿਹੇ ਗੁਣਾਂ ਦਾ ਪ੍ਰਭਾਵ ਉਸ ਰੂਪ ਵਿੱਚ ਆਏ। ਜਦੋਂ ਬੰਦਾ ਇਸ ਤਰੀਕੇ ਦੀ ਬੁਝਾਰਤ ਬੁੱਝਦਾ, ਬਾਬਾ ਜੀ ਕਹਿੰਦੇ ਜੋ ਜਾਣੈ, ਜਿਹੜਾ ਇਸ ਪੱਖ ਦਾ ਜਾਣਕਾਰ ਆ, ਅਤੇ ਇਹੀ ਪੱਖ ਰੱਬ ਦਾ ਪੱਖ ਆ, ਇਹੀ ਪੱਖ ਵਾਹਿਗੁਰੂ ਦਾ ਪੱਖ ਆ, ਇਹ ਗੁਣਾਂ ਦਾ ਪੱਖ ਹੀ ਰੱਬੀ ਉਸ ਪ੍ਰਾਪਤੀ ਦੀਆਂ ਪੌੜੀਆਂ ਵਾਲਾ ਪੱਖ ਆ। ਬਾਬਾ ਜੀ ਕਹਿੰਦੇ ਜੋ ਜਾਣੈ ਤਿਸ ਸਦਾ ਸੁਖ ਹੋਏ, ਉਸ ਨੂੰ ਫਿਰ ਸਦੀਵੀ ਸੁੱਖ ਆ। ਉਹ ਫਿਰ ਪੌੜੀ ਪੌੜੀ ਗੁਣਾਂ ਦੀ ਚੜ੍ਹ ਰਿਹਾ ਅਤੇ ਸੁੱਖਾਂ ਦੇ ਉਸ ਰੂਪ ਨੂੰ ਮਾਣ ਰਿਹਾ ਹੈਗਾ। ਡੀਪ ਐਂਗਲ 'ਤੇ ਦੇਖੀਏ ਨਾ, ਅਤੇ ਅਸੀਂ ਵਰਲਡਲੀ ਲੈਵਲ 'ਤੇ ਆਪਣੇ ਆਪ ਨੂੰ ਸੰਭਾਲੀਏ। ਇਸ ਤਰ੍ਹਾਂ ਆ, ਗੁਣ ਗ੍ਰਹਿਣ ਕਰਨੇ ਕਠਨ ਨੇ, ਔਖੇ ਨੇ, ਪਰ ਜਿਵੇਂ ਜਿਵੇਂ ਬੰਦਾ ਧਾਰਨ ਕਰਦਾ ਆ, ਜੀਵਨ ਸੁਖਮਈ, ਆਦਰਸ਼ਮਈ ਹੁੰਦਾ ਆ। ਇਹੀ ਐਕਚੁਅਲ ਲੈਵਲ 'ਤੇ ਸਾਨੂੰ ਐਟ ਦਾ ਐਂਡ ਹਿਊਮਨ ਬੀਇੰਗ ਦੇ ਤੌਰ 'ਤੇ ਸਾਨੂੰ ਤਸੱਲੀ ਦਿੰਦਾ ਆ। ਅਗਲਾ ਬਚਨ ਲਿਖਿਆ, ਆਪ ਮਿਲਾਏ ਲਏ ਪ੍ਰਭ ਸੋਏ। ਪਰ ਇਹ ਪ੍ਰਭੂ ਦਾ ਆਪਣਾ ਪਰਛਾਵਾਂ ਹੀ ਹੈ। ਜਿੱਥੇ ਉਹ ਆਪ ਆਏਗਾ, ਉਹਦਾ ਪਰਛਾਵਾਂ ਵੀ ਨਾਲ ਆਏਗਾ। ਇਹ ਤਾਂ ਨਹੀਂ ਹੈਗਾ ਕਿ ਇਹ ਜੇ ਉਹਦੇ ਤੋਂ ਬਿਨਾਂ, ਅਸੀਂ ਬਿਰਖ ਤੋਂ ਬਿਨਾਂ, ਬਿਰਖ ਦੀ ਛਾਂ ਨਹੀਂ ਹੁੰਦੀ। ਇਹ ਵਾਹਿਗੁਰੂ ਦਾ ਗੁਣਾਤਮਕ ਪੱਖ ਦਾ। ਅਸੀਂ ਕਿੰਨੀ ਵਾਰੀ ਵਾਕ ਪੜ੍ਹੇ ਸਮਝੇ ਨੇ, ਨਿਤਨੇਮ ਵਿੱਚ ਰੋਜ਼ ਪੜ੍ਹਦੇ ਹਾਂ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਭਗਤੀ ਜਿਹੜੀ ਗੁਣਾਂ ਤੋਂ ਬਿਨਾਂ ਨਹੀਂ ਹੋ ਸਕਦੀ। ਜੇ ਗੁਣ ਗ੍ਰਹਿਣ ਕਰਾਂਗਾ, ਗੁਣਾਂ ਦੀ ਐਕਸਰਸਾਈਜ਼ ਕਰਾਂਗਾ, ਤਾਂ ਬਾਤ ਬਣੇਗੀ। ਹੁਣ ਗੁਣਾਤਮਕ ਪੱਖ ਨੂੰ ਗੁਰੂ ਬਾਬਾ ਜੀ ਜੋ ਕੰਪੈਰੀਜ਼ਨ ਵਿੱਚ ਲਿਆਂਦਾ, ਉਸ ਨੂੰ ਵੀ ਨਾਲ ਲੈ ਲਈਏ। ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਕਿਆ ਡਿਫਾਈਨ ਕੀਤਾ ਬਾਬਾ ਜੀ ਨੇ।
ਧਨਵੰਤ ਨੂੰ, ਕੁਲਵੰਤ ਨੂੰ, ਪਤਵੰਤ ਨੂੰ। ਹੁਣ ਜੇ ਆਪਾਂ ਬਾਤ ਸ਼ੁਰੂ ਕਰੀਏ ਧਨਵੰਤ ਤੋਂ, ਧਨਵੰਤ ਦੌਲਤ ਵਾਲਾ, ਸਰਮਾਏ ਵਾਲਾ, ਪੈਸੇ ਵਾਲਾ। ਅਸੀਂ ਕਈ ਵਾਰੀ ਮੰਨਦੇ ਹਾਂ ਜਿਹਦੇ ਨਾਂ ਦੇ ਨਾਲ ਕੋਈ ਵੱਡਾ ਰੋਕੜ ਲਿਖਿਆ ਹੁੰਦਾ ਹੈ, ਜਿਹਦੇ ਨਾਂ ਦੇ ਨਾਲ ਕੋਈ ਵੱਡੀ ਵੈਲਥ ਦੀ ਕੋਈ ਇੱਕ ਡਿਸਕ੍ਰਿਪਸ਼ਨ ਹੁੰਦੀ, ਉਹ ਬਹੁਤ ਵੈਲਥੀ ਹੈ। ਬਾਬਾ ਜੀ ਵੈਲਥੀ ਹੋਣ ਦੀ ਪਰਿਭਾਸ਼ਾ ਕੁਝ ਹੋਰ ਦੇ ਰਹੇ ਨੇ। ਬਾਬਾ ਜੀ ਵੈਲਥੀ ਹੋਣ ਦੀ ਪਰਿਭਾਸ਼ਾ ਕੀ ਦਿੰਦੇ? ਮਹਾਰਾਜ ਕਹਿੰਦੇ ਜਿਸ ਕੈ ਪੱਲੇ ਧਨ ਵਸੈ ਤਿਸ ਕਾ ਨਾਉ ਫਕੀਰ। ਜਿਹੜਾ ਆਪਣੇ ਪੱਲੇ ਸਿਰਫ ਧਨ ਸੰਭਾਲ ਕੇ ਬੈਠਾ ਨਾ, ਗੰਢ ਬੰਨ੍ਹ ਕੇ, ਬਾਬਾ ਜੀ ਕਿ ਉਸ ਤੋਂ ਵੱਡਾ ਫਕੀਰ ਕੋਈ ਨਹੀਂਗਾ, ਉਸ ਤੋਂ ਵੱਡਾ ਗਰੀਬ ਹੀ ਕੋਈ ਨਹੀਂਗਾ। ਦੇਖੋ ਹੈ ਨਹੀਂ, ਬਿਲਕੁਲ ਡਿਫਰੈਂਟ ਪਰਿਭਾਸ਼ਾ। ਜਿਸ ਕੈ ਪੱਲੇ ਧਨ ਵਸੈ ਤਿਸ ਕਾ ਨਾਉ ਫਕੀਰ, ਜਿਸ ਕੈ ਹਿਰਦੈ ਤੂੰ ਵਸੈ ਸੇ ਜਨ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ 'ਚ ਤੂੰ ਵਸ ਗਿਆ ਉਹ ਗੁਣੀ ਗਹੀਰ ਹੋ ਗਏ, ਉਹ ਬੜੇ ਉੱਚੇ ਹੋ ਗਏ। ਸੋ ਇੱਥੋਂ ਫਿਰ ਧਨ ਦੀ ਪਰਿਭਾਸ਼ਾ ਬਦਲ ਗਈ ਹੈ। ਅੱਜ ਦਾ ਆਪ ਜੀ ਨੇ ਹੁਕਮਨਾਮਾ ਹੀ ਪੜ੍ਹਿਆ ਹੋਏ, ਕਾਚਾ ਧਨ ਸੰਚੈ ਮੂਰਖ ਗਾਵਾਰ। ਮਹਾਰਾਜ ਉੱਚ ਬਿਆਨ ਕਰਦੇ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਿਆ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਧਨ ਦੀ ਪਰਿਭਾਸ਼ਾ ਦਿੱਤੀ ਸੱਚ ਤੇ ਕੱਚ ਦੇ ਰੂਪ ਦੇ ਅੰਦਰ। ਹੁਣ ਇਹ ਪਰਿਭਾਸ਼ਾ ਆਮ ਹਾਲਤਾਂ 'ਚ ਸਾਡੀ ਸੁਰਤ 'ਚ ਸਮਝ ਨਹੀਂ ਆਉਂਦੀ ਕਈ ਵਾਰੀ। ਫਿਰ ਇੱਕ ਹੋਰ ਬੇਨਤੀ ਵੀ ਕਰਦੇ ਹਾਂ, ਕਿਉਂਕਿ ਡਾਇਸਪੋਰਾ 'ਚ ਬੈਠੇ ਹਾਂ, ਇੱਥੇ ਸਰਮਾਏਦਾਰੀ ਹੈ, ਕੈਪੀਟਲਿਸਟਿਕ ਸੁਸਾਇਟੀ ਹੈ, ਅਤੇ ਡੈਫੀਨੇਟਲੀ ਸਰਮਾਇਆ ਹੀ ਇੱਥੇ ਵੱਡੀ ਰੇਸ ਆ। ਅਤੇ ਕਟਿੰਗ ਥਰੋਟ ਜਾਂ ਨੈਕ ਜਿਹੜਾ ਕੰਪੀਟੀਸ਼ਨ ਹੈ, ਚਾਰ ਚੁਫੇਰੇ, ਜਾਂ ਮਰ ਜਾਓ ਜਾਂ ਮਾਰ ਲਵੋ, ਬਸ ਆਹੀ ਚੀਜ਼ ਆ। ਇਸ ਸੁਸਾਇਟੀ ਦਾ ਮੰਤਰਾ ਆ, ਅਤੇ ਇਹਦੇ ਵਿੱਚ ਸਰਮਾਏਦਾਰੀ, ਅਜ਼ਾਰੇਦਾਰੀ, ਇਹਦੇ ਮਗਰ ਹੀ ਸੰਸਾਰ ਭਜਦਾ ਸਾਰਾ। ਇੱਥੇ ਅਸੀਂ ਐਵੇਂ ਦੀਆਂ ਬਾਤਾਂ ਜਦੋਂ ਪਾਉਂਦੇ ਹਾਂ ਅਤੇ ਕਈ ਵਾਰੀ ਲੋਕ ਕਹਿਣਗੇ ਹਾਸੋ ਹੀਣੀਆਂ ਲੱਗਦੀਆਂ, ਭਾਈ ਸਾਹਿਬ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ। ਵੀ ਗੱਲ ਇਸ ਰੂਪ ਵਿੱਚ ਸਮਝੀਏ, ਇੱਕ ਬਣੇ ਹੋਏ ਦਸਤੂਰ ਦੇ ਵਿੱਚ ਜੋ ਨਿਜ਼ਾਮ ਹੈ ਕੁਦਰਤ ਦਾ, ਸੁਸਾਇਟੀ ਨੇ ਕਿਸੇ ਨਾ ਕਿਸੇ ਸਟਰਕਚਰ ਦੇ ਵਿੱਚ ਚੱਲਣਾ ਆ। ਉਸ ਨੂੰ ਨਾ ਕੋਈ ਓਵਰਨਾਈਟ ਇੱਕਦਮ ਤਬਦੀਲ ਕਰ ਸਕਦਾ ਹੈ, ਨਾ ਕੋਈ ਇੱਕਦਮ ਉਹਦੇ 'ਚੋਂ ਆਪਣੇ ਆਪ ਨੂੰ ਜਿਹੜਾ ਹੈਗਾ ਪੁੱਲ ਆਊਟ ਕਰ ਸਕਦਾ ਹੈ। ਜਿਨ੍ਹਾਂ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ, ਸਿੱਧ ਜਤੀ ਜੋਗੀ ਬਣੇ। ਬਾਬਾ ਜੀ ਨੇ ਕਿਹਾ ਕੀ ਕਰ ਰਹੇ ਹੋ? ਸੁਸਾਇਟੀ 'ਚ ਬਣਦਾ ਸਰਦਾ ਆਪਣਾ ਰੋਲ ਪਲੇ ਕਰੋ। ਆਪਣੇ ਆਪ ਨੂੰ ਤੁਹਾਨੂੰ ਇਹ ਚੰਗੀ ਨਹੀਂ ਲੱਗਦੀ, ਮਾਡਲ ਕਰੋ, ਮਾਡਲ ਬਣੋ, ਮਾਡਲ ਬਣ ਕੇ ਗੱਲ ਬਣੇਗੀ। ਛੋਟੀ ਜਿਹੀ ਇੱਕ ਮਿਸਾਲ ਦੇ ਦਿੰਦਾ ਤੁਹਾਡੇ ਸਾਹਮਣੇ। ਮੇਰੇ ਮਿੱਤਰ ਨੇ ਬੜੇ ਪਿਆਰੇ, ਨਿਊਜ਼ੀਲੈਂਡ ਦੇ ਵਿੱਚ ਇੱਕ ਫਿਜ਼ੀ ਤੋਂ ਫੈਮਿਲੀ ਹੈ। ਜਦੋਂ ਫਿਜ਼ੀ ਦੇ ਵਿੱਚ ਹਾਲਾਤ ਥੋੜ੍ਹੇ ਖ਼ਰਾਬ ਹੋਏ ਨਾ, ਕਾਫੀ ਸਾਲ ਪਹਿਲਾਂ, ਜੋ ਆਪ ਸੱਜਣ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਰੱਖਦੇ ਹੋ, ਮਹਿੰਦਰ ਸਿੰਘ ਚੌਧਰੀ ਇੱਕ ਵਾਰੀ ਪ੍ਰਾਈਮ ਮਿਨਿਸਟਰ ਬਣਿਆ ਸੀਗਾ, ਉੱਥੇ ਸਿਵਲ ਰਾਈਟਸ ਹੋ ਗਏ ਸੀਗੇ। ਅਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਐਥਨਿਕ ਕਮਿਊਨਿਟੀ ਸੀਗੀਆਂ, ਇਹਨਾਂ ਲਈ ਹਾਰਡ ਹੋ ਗਿਆ। ਦੈਨ ਦੇ ਲੈਫਟ ਦ ਕੰਟਰੀ, ਮੋਸਟ ਆਫ ਦੈਮ ਨੈਚੁਰਲੀ, ਉਸ ਰੂਪ ਦੇ ਵਿੱਚ। ਅਦਰਵਾਈਜ਼ ਇਹ ਬਹੁਤ ਸਿੱਖ ਜਾਂ ਪੰਜਾਬੀ ਕਮਿਊਨਿਟੀ ਬੜੇ ਵੱਡੇ ਪੱਧਰ 'ਤੇ ਫਿਜ਼ੀ 'ਚ ਵੱਸੀ ਸੀ। ਸ਼ਾਇਦ ਆਪ ਇਹ ਵੀ ਇਨਫੋਰਮੇਸ਼ਨ ਰੱਖਦੇ ਹੋ ਕਿ ਜਿਹੜਾ ਖਾਲਸਾ ਸਕੂਲ ਆ, ਇਹ ਆਊਟ ਆਫ ਇੰਡੀਆ ਪਹਿਲੀ ਵਾਰ ਜਿਸ ਧਰਤੀ 'ਤੇ ਬਣਿਆ ਉਹ ਫਿਜ਼ੀ ਸੀਗੀ। ਸੋ ਬਹੁਤ ਪੁਰਾਣੀ ਸਾਡੇ ਉੱਥੇ ਰੂਟਸ ਨੇ, ਸਾਰੀਆਂ ਚੀਜ਼ਾਂ ਨੇ। ਪਰ ਜਦੋਂ ਸਿਵਲ ਅਨਸਰਟਨਟੀ ਬਿਲਟ ਹੋ ਗਈ, ਉਸ ਕਿਸਮ ਦੀ ਰੈਸਟਲੈਸਨੈਸ ਹੋ ਗਈ ਖੜੀ, ਅਨਾਰਕੀ ਦੇ 'ਚ ਕੌਣ ਰਹੇਗਾ। ਸਾਡੇ ਲੋਕਾਂ ਨੇ ਮਿਹਨਤਾਂ ਕਰਕੇ ਕਾਰੋਬਾਰ ਬਣਾਏ ਸਭ, ਫਿਰ ਅਲਟੀਮੇਟਲੀ ਉਹ ਸਾਰੇ ਉੱਥੋਂ ਫਿਰ ਨਿਕਲ ਕੇ ਹੋਰ ਮਮਾਲਿਕ 'ਤੇ ਜਾਣੇ ਸ਼ੁਰੂ ਹੋ ਗਏ। ਜਿਹੜੀ ਫੈਮਿਲੀ ਦੀ ਮੈਂ ਗੱਲ ਕਰਨ ਲੱਗਾ, ਇਹਨਾਂ ਕੋਲ ਵੀ ਅਪੋਰਚੁਨਿਟੀ ਸੀ, ਸਰਮਾਇਆ ਸੀਗਾ, ਕਾਰੋਬਾਰੀ ਸੀਗੇ ਚੰਗੇ, ਅਮਰੀਕਾ ਗ੍ਰੀਨ ਕਾਰਡ ਮਿਲ ਸਕਦਾ ਸੀਗਾ, ਕਿਉਂਕਿ ਉਹਨਾਂ ਦਾ ਬੜਾ ਲੈਜੀਟੀਮੇਟ ਕਲੇਮ ਸੀਗਾ ਕਿ ਉਹਨਾਂ ਨੂੰ ਅਸਾਲਮ ਕਲੇਮ ਕਰਕੇ ਮਿਲ ਸਕਦਾ ਸੀ, ਜਾਂ ਵੈਸੇ ਵੀ ਡਾਇਰੈਕਟਲੀ ਸਰਮਾਏਦਾਰ ਸੀਗੇ, ਲੈ ਸਕਦੇ ਸੀਗੇ। ਕੈਨੇਡਾ 'ਚ PR ਕੋਈ ਹਾਰਡ ਨਹੀਂ ਸੀ ਉਹਨਾਂ ਲਈ। UK ਜਾਣਾ ਬਹੁਤ ਈਜ਼ੀ ਸੀਗਾ। ਕਲੋਜ਼ ਬਾਏ ਆਸਟ੍ਰੇਲੀਆ ਕਾਰੋਬਾਰ ਪੂਰੇ ਕਰਦੇ ਵੀ ਸੀਗੇ, ਉੱਥੇ ਵੀ ਜਾ ਸਕਦੇ ਸੀ। ਉੱਥੇ ਹੀ ਨਿਊਜ਼ੀਲੈਂਡ ਇੱਕ ਛੋਟਾ ਜਿਹਾ ਆਈਲੈਂਡ ਪੈਂਦਾ। ਕਹਿੰਦੇ ਵੀ ਅਸੀਂ ਸਾਰਾ ਦੇਖੇ, ਮਮਾਲਿਕ ਅਕਸਰ ਕਾਰੋਬਾਰ ਵਾਸਤੇ ਵੀ ਟਰੈਵਲ ਕਰਦੇ ਸੀ, ਅਤੇ ਜਦੋਂ ਇਸ ਡਿਸੀਜਨ ਲੈਣਾ ਸੀ ਉਦੋਂ ਵੀ ਗਏ। ਦੇਖਿਆ ਨਿਊਜ਼ੀਲੈਂਡ ਇੱਕ ਛੋਟਾ ਜਿਹਾ ਆਈਲੈਂਡ ਆ, ਬਹੁਤੀ ਕਮਿਊਨਿਟੀ ਨਹੀਂ ਗੀ, ਸਿੱਖ ਸਮਾਜ ਵੀ ਕਾਫੀ ਸੋਹਣੇ ਢੰਗ ਨਾਲ ਉੱਥੇ ਰਹਿ ਰਿਹਾ ਆਕਲੈਂਡ ਦੇ ਵਿੱਚ। ਕਹਿੰਦੇ ਡਿਸੀਜਨ ਇਹ ਬਣਾ ਲਿਆ, ਇੱਥੇ ਰਹਿੰਦੇ ਆ, ਐਟਲੀਸਟ ਬੱਚਿਆਂ ਨੂੰ ਕੁਝ ਸਿੱਖੀ ਦੀਆਂ ਵੈਲਿਊਜ਼ ਦੇ ਸਕਾਂਗੇ, ਜ਼ਿਆਦਾ ਭੱਜ ਨੱਠ ਨਹੀਂ ਹੈ। ਲੌਂਗ ਰਨ ਦੇ ਵਿੱਚ ਸੋਚ ਕੇ ਇਸ ਨੂੰ ਅਸੀਂ ਫਾਈਨਲ ਆਪਣੀ ਇੱਕ ਡੈਸਟਨੀ ਦੇ ਤੌਰ 'ਤੇ ਲੈ ਲਿਆ। ਖੈਰ, ਉਹ ਜਿਹੜੀ ਬਾਤ ਮੈਂ ਕਹਿਣ ਲੱਗਾ, ਕਹਿੰਦੇ ਪਿਓ ਭਾਈ ਸਾਹਿਬ ਕਹਿੰਦੇ ਮੈਂ ਆਪਣੇ ਦੋਨੋਂ ਬੇਟਿਆਂ ਨੂੰ, ਜੋ ਕਿ ਅਜੇ ਬਹੁਤ ਕਹਿ ਲਓ ਕਿ 10-12 ਸਾਲ ਦੀ ਉਮਰ ਵਿੱਚ ਸੀਗੇ, ਅਤੇ
ਉਹਨਾਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਚਲਾ ਗਿਆ। ਉਦੋਂ ਇੱਕੋ ਗੁਰਦੁਆਰਾ ਸੀ ਉਟਾਹੋ, ਤੇ ਕਹਿੰਦੇ ਉੱਥੇ ਲੈ ਕੇ ਗਿਆ, ਨਤਮਸਤਕ ਹੋਏ, 2 ਪਲ ਬੈਠੇ। ਉੱਪਰਲੇ ਫਲੋਰ ਜਿਵੇਂ ਸਾਡੇ ਇੱਥੇ ਹੈਗਾ ਦੀਵਾਨ ਹੈ, ਥੱਲੇ ਲੰਗਰ ਸੀਗਾ, ਸੋ ਲੰਗਰ ਹਾਲ ਚਲੇ ਗਏ। ਜੋ ਲੰਗਰ ਹਾਲ ਚਲੇ ਗਏ ਤੇ ਕੁਝ ਬੱਚੇ ਸੇਵਾ ਕਰ ਰਹੇ ਨੇ ਉੱਥੇ, ਵੇਖ ਕੇ ਚੰਗਾ ਲੱਗਾ। ਮੈਂ ਆਪਣੇ ਦੋਨਾਂ ਬੇਟਿਆਂ ਨੂੰ ਕਿਹਾ, ਬੇਟਾ ਤੁਸੀਂ ਸੇਵਾ ਕਰੋ। ਤੇ ਉਹ ਥੋੜ੍ਹਾ ਸੰਗ ਕਰਕੇ, ਹੈਸੀਟੇਟ ਕਰਕੇ, ਤੇ ਮੇਰੇ ਵੱਲ ਨੂੰ ਸਿਮਟਦੇ ਹੋਏ ਕਹਿਣ ਲੱਗੇ ਵੀ ਡੈਡ ਪਲੀਜ਼ ਡੂ ਨੋਟ ਪੁਸ਼ ਅਸ, ਸਾਨੂੰ ਨਾ ਧੱਕਾ ਨਾ ਕਰ ਤੂੰ, ਬਿਕੋਜ਼ ਵੀ ਡੋਂਟ ਨੋ ਐਨੀਬਡੀ, ਸੋ ਹਾਊ ਕੈਨ ਵੀ ਐਕਚੁਅਲੀ ਗੋ ਦੇਅਰ ਐਂਡ ਸਟਾਰਟ ਡੂਇੰਗ ਸਮ ਸੋਰਟ ਆਫ ਸੇਵਾ, ਨੋ ਵੀ ਕੈਨ ਨੋਟ ਡੂ। ਉਹ ਕਹਿੰਦੇ ਠੀਕ ਆ। ਮੈਂ ਕਿਹਾ ਵੀ ਹਾਂ, ਰੀਜ਼ਨ ਇਹਨਾਂ ਦਾ ਬੜਾ ਠੀਕ ਲੱਗਦਾ ਆ। ਕਹਿੰਦੇ ਮੈਂ ਖੜਾ ਹੋਇਆ, ਬਾਲਟੀ ਚੱਕੀ, ਮੈਂ ਸੇਵਾ ਕਰਨ ਲੱਗ ਗਿਆ। 2-3 ਗੇੜੇ ਲਗਾਏ ਵਿੱਚ ਸੰਗਤਾਂ ਦੇ, ਤੇ ਉਸ ਤੋਂ ਬਾਅਦ ਕੋਈ 5-6 ਮਿੰਟ ਬਾਅਦ ਮੈਂ ਵਾਪਸ ਆਇਆ ਉਹਨਾਂ ਦੇ ਕੋਲ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬੇਟਾ ਡੂ ਯੂ ਨੋ ਮੀ? ਕਹਿੰਦੇ ਡੈਡ what kind of question is it? ਕਹਿੰਦੇ no I'm asking you very simple question, do you know me? ਕਹਿੰਦੇ yeah dad, why not? ਕਹਿੰਦੇ that you were saying you don't know anybody, so that's why you are not able to do seva, so now you know me, you can actually accompany me now, ਤੁਸੀਂ ਮੈਨੂੰ ਕੰਪਨੀ ਦਿਓ, ਮੇਰੇ ਨਾਲ ਚੱਲੋ, ਮੈਂ ਤੁਹਾਡੇ ਨਾਲ ਜਿਹੜਾ ਹੈਗਾ ਲੀਡ ਕਰਦਾ। ਇਹ ਮਾਡਲਿੰਗ ਹੈ ਜੀ। ਜਦੋਂ ਅਸੀਂ ਸੁਸਾਇਟੀ ਦੇ ਵਿੱਚ ਕਿਸੇ ਚੀਜ਼ ਤੋਂ ਆਪ ਖੁਸ਼ ਨਹੀਂ ਹੈ, ਇੱਕ ਤਾਂ ਹੈ ਸੁਸਾਇਟੀ ਤੋਂ ਦੌੜ ਜਾਓ, ਭਾਂਜਵਾਦੀ ਹੋ ਜਾਓ ਵੀ ਇੱਥੇ ਹੈ ਹੀ ਕੁਛ ਨਹੀਂ ਜੀ, ਠੀਕ ਚੱਲੀਏ। ਦੂਸਰਾ ਤਰੀਕਾ ਇਹ ਹੈ ਮਾਡਲਿੰਗ ਕਰੋ, ਉੱਥੇ ਵਿੱਚ ਰਹੋ। ਬਾਬਾ ਜੀ ਨੇ ਇਹ ਕੀਤਾ। ਬਾਬਾ ਜੀ ਕਹਿੰਦੇ ਸਮਾਜ, ਸੁਸਾਇਟੀ ਸਾਡੀ ਬਣਾਈ ਬਣੀ ਹੈ, ਇਹ ਤਾਂ ਹੈ ਨਹੀਂ ਕੋਈ ਵੱਖਰੇ ਪਲੈਨਟ ਤੋਂ ਕੁਝ ਜਿਹੜੇ ਨੇ ਏਲੀਅਨਸ ਆ ਕੇ ਬਣਾ ਕੇ ਗਏ ਨੇ। ਅਸੀਂ ਬਣਾਈ ਹੈ, ਅਸੀਂ ਬਣਾਉਣੀ ਹੈ। ਜੇ ਖਰਾਬੀ ਹੋਈ ਹੈ ਤਾਂ ਵੀ ਮਨੁੱਖਾਂ ਨੇ ਕੀਤੀ ਹੈ, ਜੇ ਸੁਧਾਰ ਹੋਏਗਾ ਤਾਂ ਵੀ ਮਨੁੱਖ ਕਰਨਗੇ। ਸੋ ਇਸ ਰੂਪ ਵਿੱਚ ਅਪਣਾਇਆ ਜਾਏ। ਧਨ, ਦੌਲਤ, ਸਰਮਾਇਆ, ਪੈਸਾ ਹਰ ਸਮੇਂ, ਹਰ ਵਕਤ, ਹਰ ਤਰ੍ਹਾਂ ਦੀ ਸਿਵਲਾਈਜੇਸ਼ਨ 'ਚ ਮੌਜੂਦ ਰਿਹਾ ਹੈ, ਅੱਜ ਵੀ ਮੌਜੂਦ ਹੈ। ਪਰ ਇਸ ਸਾਰੇ ਦੇ ਉੱਤੇ ਜਿਹੜੀ ਬਾਤ ਗੁਰਮਤਿ ਕਹਿੰਦੀ ਇਹਦੀ ਵੈਲਿਊ ਹੈ, ਪਰ ਨਰੋਲ ਇਹ ਸਮਝਣਾ ਕਿ ਜਸਟ ਧਨ ਇੱਕੋ ਹੀ ਚੀਜ਼, ਹਾਏ ਮਾਇਆ, ਮਰ ਗਏ ਮਾਇਆ, ਇਹਦੀ ਹੀ ਕਸ਼ਿਸ਼ 'ਚ ਰਹਿਣਾ, ਇਹ ਕੋਈ ਜੀਵਨ ਦੀ ਕੋਈ ਬਹੁਤ ਵੱਡੀ ਉਸਾਰੀ ਨਹੀਂ ਗੀ। ਧਨਵੰਤ ਹੋਣ ਲਈ ਗੁਰੂ ਮਹਾਰਾਜ ਨੇ ਕਿਹਾ ਤੁਸੀਂ ਸਿਰਫ ਤੇ ਸਿਰਫ ਸਰਮਾਏਦਾਰੀ ਤੇ ਰਜਾਏਦਾਰੀ ਦੇ ਵਿੱਚ ਨਾ ਆਪਣੇ ਆਪ ਨੂੰ ਲਗਾਓ, ਬਲਕਿ ਇੱਥੇ ਬਚਨ ਅਸੀਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ। ਕੋਈ ਟੁੱਟੀ ਜਿਹੀ ਝੌਂਪੜੀ 'ਚ ਵੀ ਰਹਿ ਸਕਦਾ ਆ। ਚੀਰ ਸਭ ਛਿੰਨਾ, ਕਿਸੇ ਦੇ ਪਾਏ ਹੋਏ ਕੱਪੜੇ ਵੀ ਬਹੁਤੇ ਕੋਈ ਜ਼ਿਆਦਾ ਉਮਦਾ ਨਾ ਹੋਣ, ਪਰ ਇਹਦਾ ਮਤਲਬ ਇਹ ਨਹੀਂ ਹੈ ਗੁਰਬਤ ਆ। ਗੁਰਬਤ ਦਾ ਮਾਇਨਾ ਇਹ ਹੈ ਜਦੋਂ ਬੰਦਾ ਮਾਨਸਿਕ ਤੌਰ 'ਤੇ, ਸੋਝੀ ਦੇ ਤੌਰ 'ਤੇ ਅੰਦਰੋਂ ਉਹਦੇ 'ਚ ਗੁਰਬਤ ਆ ਗਈ। ਤੇ ਆਪਾਂ ਹੋਰ ਸਰਲ ਕਰਕੇ ਦੇਖ ਲਈਏ, ਪੰਜਾਬ ਦੀ ਫਿਜ਼ਾਂ ਦੇ ਵਿੱਚ ਸਾਡੇ ਕੋਲ ਇੱਕ ਦਿਨ ਦਾ ਚੈਲੰਜ ਨਹੀਂ ਰਿਹਾ, ਪੁਸ਼ਤਾਂ ਸਾਡੀਆਂ ਚੈਲੰਜ ਬਾਏ ਚੈਲੰਜ ਹੰਢਾਏ ਨੇ। ਉਹ ਵੀ ਦੌਰ ਦੇਖਿਆ ਜਦੋਂ ਘਰ ਘਾਟ ਸਭ ਕੁਝ ਛੱਡ ਕੇ ਜੰਗਲਾਂ ਬੇਲਿਆਂ 'ਚ ਰਹੇ ਮੁਗਲੀਆ ਹੁਕਮਰਾਨਾਂ ਦੇ ਦੌਰਾਨ। ਜਿਵੇਂ ਹੀ ਮੁਗਲੀਆ ਹੁਕਮਰਾਨਾਂ ਨਾਲ ਸਿੱਝਦਿਆਂ ਹੋਇਆਂ ਸਿੱਖ ਰਜ਼ੀਮ ਪਾਵਰ 'ਚ ਆਇਆ, ਕੀ ਕੁਝ ਸਥਾਪਿਤ ਨਹੀਂ ਕੀਤਾ ਉਹਨਾਂ ਨੇ, ਜਿਹਦਾ ਸੁਪਨਾ ਵੀ ਨਹੀਂ ਲੈ ਸਕਦਾ ਸਾਡਾ ਸਮਾਜ, ਸਾਡੀ ਸੁਸਾਇਟੀ, ਉਸ ਨੂੰ ਸਟੈਬਲਿਸ਼ ਕੀਤਾ। ਸਰਮਾਏ, ਦੌਲਤ, ਪੈਸਾ ਹਰ ਲੈਵਲ 'ਤੇ। ਫਿਰ ਅੰਗਰੇਜ਼ ਆ ਗਿਆ, ਉਸਨੇ ਇੰਟੈਂਸ਼ਨਲੀ ਸ਼ੁਰੂ ਵਿੱਚ ਇਹੋ ਜਿਹੀਆਂ ਪਾਲਿਸੀਜ਼ ਬਣਾਈਆਂ ਵੀ ਜਿਹੜਾ ਸਿੱਖ ਰਜ਼ੀਮ ਜਿਹਦੇ ਨਾਲ ਸਭ ਤੋਂ ਵੱਧ ਉਸਨੂੰ ਸਟਰਗਲ ਕਰਨੀ ਪਈ, ਉਹਨਾਂ ਨੂੰ ਕਸਿਆਰੇ ਬਣਾ ਦਿਆਂ, ਨਹੀਂ ਬਣਾ ਸਕਿਆ। ਅਲਟੀਮੇਟਲੀ ਉਹ ਵਾਪਸ ਕੀਤੀ ਉਹਨਾਂ ਨੇ। ਵਾਪਸੀ ਇੰਨੀ ਜ਼ਬਰਦਸਤ ਢੰਗ ਨਾਲ ਕੀਤੀ ਕਿ ਜਿਹੜੀਆਂ ਪਹਿਲੀਆਂ ਸਾਰੇ ਦੀਆਂ ਸਾਰੀਆਂ ਮੂਵਮੈਂਟਸ ਚੱਲੀਆਂ, ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ ਤੇ ਪੋਲੀਟੀਕਲ ਸਾਈਡ ਤੋਂ ਸਾਰੀਆਂ ਸਿੱਖ ਸੁਸਾਇਟੀ ਨੇ ਚਲਾਈਆਂ। ਉਹਦੇ 'ਚ ਫਿਰ ਵੱਡੇ ਵੱਡੇ ਇੰਸਟੀਟਿਊਸ਼ਨ ਵੀ ਬਿਲਡ ਕੀਤੇ ਉਹਨਾਂ ਨੇ। ਉਸ ਜ਼ਮਾਨੇ ਦੇ 'ਚ ਖਾਲਸਾ ਦੀਵਾਨ ਸੁਸਾਇਟੀ, ਉਸ ਜ਼ਮਾਨੇ ਦੇ ਵਿੱਚ ਖਾਲਸਾ ਕਾਲਜਸ ਸਥਾਪਿਤ ਕਰਨੇ, ਉਸ ਜ਼ਮਾਨੇ ਦੇ ਅੰਦਰ ਪੂਰੇ ਦੀਆਂ ਪੂਰੀਆਂ ਐਜੀਟੇਸ਼ਨ ਮੂਵਮੈਂਟਸ ਨੂੰ ਲੀਡ ਕਰਨਾ, ਸਾਰਾ ਉਸ ਰੂਪ ਵਿੱਚ ਚਲਾਉਣਾ। ਖੈਰ ਵਕਤ ਆਪਣੀ ਜਾਚੇ ਬਤੀਤ ਹੋਇਆ, ਫਿਰ ਬੜਾ ਵੱਡਾ ਚੈਲੰਜ ਆਇਆ, 47 ਆਇਆ। ਆਲਮੋਸਟ ਹਾਫ ਆਫ ਦਾ ਕਮਿਊਨਿਟੀ ਜਿਹੜੀ ਹੈ ਉਹ ਬਿਲਕੁਲ ਡੀਰੂਟ ਹੋ ਗਈ। ਅਰਾਊਂਡ 1 ਮਿਲੀਅਨ ਦੇ ਕਰੀਬ ਲੋਕ ਜਿਹੜੇ ਨੇ ਉਹ ਕਤਲੋਗਾਰ 'ਚੋਂ ਲੰਘੇ। ਮਤਲਬ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜਿੰਨੀ ਪ੍ਰਾਪਰਟੀ ਜਾਇਦਾਦ ਦਾ ਨੁਕਸਾਨ ਹੋਇਆ। ਪਰ ਬਹੁਤ ਥੋੜ੍ਹੇ ਜਿਹੇ ਸਮੇਂ ਦੇ ਅੰਦਰ ਹੀ ਇੱਕ ਨਾ ਸ਼ਖਸੀਅਤ ਹੈ MS ਰੰਧਾਵਾ, ਇਹ ਡਿਪਟੀ ਕਮਿਸ਼ਨਰ ਸੀਗੇ। ਜਿਹੜੀ 47 ਤੋਂ ਬਾਅਦ ਵਾਲੀ ਸਾਰੀ ਮੁੜ ਕੇ ਲੋਕਾਂ ਦਾ ਵਸੇਬਾ ਹੋਇਆ ਨਾ, ਤੇ ਉਹਦੇ ਅੰਦਰ ਉਹਨਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾ। ਲੋਕੀ ਮੋਸਟਲੀ ਇਹਨਾਂ ਨੂੰ ਜਿਹੜੀ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆ, ਇਹਦੇ ਪਹਿਲੇ ਵਾਈਸ ਚਾਂਸਲਰ ਦੇ ਰੂਪ ਵਿੱਚ ਯਾਦ ਕਰਦੇ ਨੇ। ਜੇ ਤੁਸੀਂ ਥੋੜ੍ਹਾ ਬਹੁਤਾ ਪੜ੍ਹਨ ਦਾ ਸ਼ੌਂਕ ਰੱਖਦੇ ਹੋ,
ਪੰਜਾਬੀ ਜ਼ਬਾਨ ਦੇ ਵਿੱਚ ਕੁਝ ਕਿਤਾਬਾਂ ਵਗੈਰਾ, ਤੇ ਇੱਕ ਸ਼ਖਸ ਹੈ ਵਣਜਾਰਾ ਬੇਦੀ, ਇਹ ਇਹਨਾਂ ਦਾ ਤਖੱਲਸ ਸੀਗਾ। ਪੰਜਾਬੀ ਫੋਕਲੋਰ ਨੂੰ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ। ਉਹਦੇ ਖੂਬ ਸਾਰੇ ਵੋਲਿਊਮਸ ਨੇ, ਮਿਲ ਜਾਂਦੇ ਨੇ। ਜੇ ਕਿਤੇ ਆਪਣੇ ਵਾਧੂ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਤੇ ਹੋਰ ਚੀਜ਼ਾਂ ਤੋਂ ਉੱਕ ਜਾਓ, ਊਬ ਜਾਓ, ਹੈ ਤੇ ਮੁਸ਼ਕਲ ਹੈ, ਪਰ ਹੋ ਸਕਦਾ ਕਦੀ ਫਿਰ ਇਹਨਾਂ ਚੀਜ਼ਾਂ ਨੂੰ ਪੜ੍ਹਿਆ ਜਾਏ। ਇਹਦੇ ਨਾਲ ਇੱਕ ਤੇ ਤੁਸੀਂ ਸਹੀ ਥਾਂ ਤੇ ਆਪਣੀ એનર્ਜੀ ਲਗਾਓਗੇ, ਦੂਸਰੇ ਨੰਬਰ ਤੇ ਤੁਹਾਨੂੰ ਆਪਣੇ ਆਪੇ ਦੀ ਸਮਝ ਪੈਦਾ ਹੋਏਗੀ। ਖੈਰ, ਜਿਹੜੀ ਟੂਕ ਮਾਤਰ ਬੇਨਤੀ ਕਰਨ ਲੱਗਾ ਵਾਂ, ਜਦੋਂ ਇਹ ਦਿੱਲੀ 'ਚ ਬਾਤ ਕਰਦੇ, ਜਿਹੜਾ ਕਨੌਟ ਪਲੇਸ ਦਾ ਤੇ ਇਹ ਇਲਾਕਾ ਹੈ ਸਾਰਾ, ਇੱਥੇ ਆ ਕੇ ਉੱਜੜ ਕੇ ਆਏ ਹੋਏ ਲੋਕ ਪਰਲੇ ਪੰਜਾਬ ਤੋਂ ਜਦੋਂ ਇੱਧਰ ਆਏ, ਰੇੜੀਆਂ ਫੜੀਆਂ ਲਾ ਰਹੇ ਸਾਰੀਆਂ, ਜਿਹੜੇ ਇੱਥੇ ਸਥਾਪਿਤ ਕਾਰੋਬਾਰੀ ਸੀਗੇ ਉਹ ਵੱਡੇ ਵੱਡੇ ਉੱਥੇ ਜਿਵੇਂ ਦੁਕਾਨਾਂ, ਹੱਟ, ਸ਼ੋਰੂਮ ਬਣਾ ਕੇ ਬੈਠੇ ਸੀਗੇ ਨੌਨ ਪੰਜਾਬੀ। ਤੇ ਉਹ ਜਦੋਂ ਮਹਿੰਦਰ ਸਿੰਘ ਰੰਧਾਵਾ ਇੱਕ ਜਗ੍ਹਾ ਲਿਖਦਾ, ਉਹ ਕਹਿੰਦਾ ਮੈਨੂੰ ਨਾ ਇੱਕ ਸ਼ਖਸ ਆਇਆ, ਬੜੀ ਵੱਡੀ ਦੁਕਾਨ ਦਾ ਮਾਲਕ, ਤੇ ਉਹ ਕਹਿੰਦਾ ਮੇਰੀ ਦੁਕਾਨ ਦੇ ਸਾਹਮਣੇ ਆ ਦੋ ਜਿਹੜੇ ਰਿਫਿਊਜੀ ਆਏ ਨੇ ਨਾ, ਇਹ ਵਰਡ ਯੂਜ਼ ਕਰਦਾ ਉਹ, ਤੇ ਇਹਨਾਂ ਨੇ ਆ ਕੇ ਮੇਰੀ ਸਾਰੀ ਦੁਕਾਨ ਦਾ ਜਿਹੜਾ ਹੈਗਾ ਪੱਠਾ ਪਾ ਦਿੱਤਾ, ਮੇਰੀ ਦੁਕਾਨ ਠੱਪ ਕਰ ਦਿੱਤੀ ਹੈ। ਤੁਸੀਂ ਕਰਦੇ ਕਿਉਂ ਨਹੀਂ ਕੁਛ? ਉਹ ਕਹਿੰਦਾ ਹੁਣੀ ਕਰ ਦਿੰਦੇ ਆ। ਤੂੰ ਕਿਹਾ ਤੇ ਬਸ ਹੁਣੇ ਨਿਬੇੜ ਦੇਣੇ ਕੰਮ। ਕਹਿੰਦੇ ਕੀ ਕਰਦੇ ਆ? ਕਹਿੰਦੇ ਤੂੰ ਕਹਿੰਦਾ ਸਾਰੀ ਕਮਾਈ ਉਹ ਦੋਵੇਂ ਰੇੜੀਆਂ ਵਾਲੇ ਕਰ ਗਏ, ਬਸ ਤੈਨੂੰ ਚੱਕ ਕੇ ਰੇੜੀ ਤੇ ਬਿਠਾ ਦਿੰਦੇ ਆ, ਉਹਨਾਂ ਨੂੰ ਅੰਦਰ ਬਿਠਾ ਦਿੰਦੇ ਆ ਤੇਰੀ ਦੁਕਾਨ 'ਚ। ਇਹ ਕਰ ਦਿੰਦੇ ਆ, ਆਪਣੇ ਆਪ ਠੀਕ ਹੋ ਜਾਏਗਾ। ਉਹ ਮਤਲਬ ਕਹਿੰਦਾ ਚੁੱਪ ਕਰਕੇ ਚਲਾ ਗਿਆ। ਮਾਇਨੇ ਕੀ ਨੇ ਵੀ ਜਿਨ੍ਹਾਂ ਉਜੜੇ ਹੋਏ ਲੋਕਾਂ ਨੇ ਦੁਬਾਰਾ ਫਿਰ ਵਸੇਬਾ ਕੀਤਾ, ਕਾਰੋਬਾਰ ਸਥਾਪਿਤ ਕੀਤੇ, ਫਿਰ ਉਸੇ ਉਜੜੇ ਪੁਜੜੇ ਲੋਕਾਂ ਨੇ ਫਿਰ ਦੁਬਾਰਾ ਗੁਰਦੁਆਰੇ, ਗੁਰਧਾਮ, ਹਰ ਚੀਜ਼ ਉਸਾਰੀ ਉਸ ਰੂਪ ਦੇ ਵਿੱਚ। ਧਨ ਕਿਤੇ ਦੌੜਦਾ ਨਹੀਂ ਗਾ, ਬੰਦਾ ਜ਼ਹਿਨੀ ਤੌਰ ਤੇ ਆਪਣੇ ਆਪ ਨੂੰ ਕਮਜ਼ੋਰ ਨਾ ਹੋਣ ਦੇ। ਧਰਤੀ ਦੇ ਉੱਤੇ ਸਰਮਾਏਦਾਰੀ ਇਹ ਬੰਦੇ ਦੇ ਮਗਰ ਤੁਰਦੀ ਹੈ, ਜੇ ਬੰਦਾ ਗੁਣਾਤਮਕ ਪੱਖ ਤੋਂ ਆਪਣੇ ਆਪ ਨੂੰ ਤਗੜਿਆਂ ਰੱਖੇ। ਤੇ ਬਾਬਾ ਜੀ ਕਹਿੰਦੇ ਵਕਤੀ ਤੌਰ ਤੇ ਝੌਂਪੜੀਆਂ 'ਚ ਵੀ ਰਹਿਣਾ ਪੈ ਸਕਦਾ, ਵਕਤੀ ਤੌਰ ਤੇ ਬਿਲਕੁਲ ਗੁਰਬਤ ਤੇ ਗਰੀਬੀ 'ਚੋਂ ਵੀ, ਪਰ ਜੇ ਤੁਸੀਂ ਆਪਣੇ ਕੈਲੀਬਰ ਨੂੰ ਬਿਲਡ ਕਰਦੇ ਹੋ, ਪ੍ਰਿੰਸੀਪਲ ਬੇਸਡ ਲਾਈਫ ਸਟਾਈਲ ਅਡਾਪਟ ਕਰਦੇ ਹੋ, ਤੇ ਰੱਬੀ ਵਿਸ਼ਵਾਸ 'ਚ ਰਹਿੰਦੇ ਹੋ, ਹਰ ਚੀਜ਼ ਆ ਕੇ ਤੁਹਾਡੇ ਸਾਹਮਣੇ ਜਾ ਕੇ ਝੁਕ ਜਾਂਦੀ, ਇੰਨੇ ਵਜਾਂਦੀ। ਇੱਥੇ ਬਚਨ ਆਇਆ, ਮਹਾਰਾਜ ਕਹਿੰਦੇ ਉਹ ਧਨਵੰਤ ਜਿਨ੍ਹਾਂ ਦੇ ਵਿੱਚ ਰੱਬੀ ਅਹਿਸਾਸ ਆ, ਫਿਰ ਧਨਵੰਤ ਕੁਲਵੰਤ, ਕੁਲਵੰਤ ਉੱਚੀਆਂ ਕੁਲਾਂ ਵਾਲੇ, ਖਾਨਦਾਨੀ। ਇਹ ਬੜੀ ਵੱਡੀ ਬਾਤ ਰਹੀ। ਜਦੋਂ ਗੁਰੂ ਮਹਾਰਾਜ ਨੇ ਗੁਰਮਤ ਸਕੂਲ ਨੂੰ ਸਟੈਬਲਿਸ਼ ਕੀਤਾ ਤਾਂ ਲੋਕੀ ਇਹ ਕਹਿੰਦੇ ਸੀ ਨਹੀਂ ਨਹੀਂ ਨਹੀਂ, ਇਹ ਤਾਂ ਨਾ, ਇਹ ਪਿਛੋਕੜ ਦੇਖੋ, ਇਹਦਾ ਪਰਿਵਾਰ ਦੇਖੋ, ਕੁੱਲ ਦੇਖੋ, ਪਿੱਛੋਂ ਕਿੱਥੋਂ ਆ ਰਿਹਾ ਹੈ। ਸਾਡੀ ਖੰਡੇ ਬਾਟੇ ਜਦੋਂ ਪਹੁਲ ਦਿੱਤੀ ਜਾਂਦੀ ਨਾ, ਉਦੋਂ ਕੁਝ ਚੀਜ਼ਾਂ ਸਾਨੂੰ ਐਨ ਸੰਕਲਪ ਯਾਦ ਕਰਾਈਆਂ ਜਾਂਦੀਆਂ। ਅੱਜ ਤੋਂ ਬਾਅਦ ਤੁਹਾਡਾ ਕੁੱਲ ਨਾਸ, ਵਰਣ ਨਾਸ, ਜਾਤ ਨਾਸ, ਧਰਮ ਨਾਸ, ਸਭ ਕੁਝ ਨਵਾਂ। ਸਤਿਗੁਰ ਕਾ ਜਨਮ ਹੈ ਗਵਨ ਮਿਟਾਇਆ, ਨਵੀਂ ਕੁੱਲ। ਗੁਰੂ ਬਾਬਾ ਜੀ ਨੇ ਇੱਕ ਨਵਾਂ ਭਾਈਚਾਰਾ ਬਿਲਡ ਕੀਤਾ, ਜਿਹਦੇ 'ਚ ਜੇ ਸਪੋਜ਼ ਕਰੋ ਹੁਣ ਭਾਈ ਮਰਦਾਨਾ ਜੀ ਨੇ, ਜੇ ਦੇਖਿਆ ਜਾਏ ਮਰਾਸ਼ੀਆਂ ਦੇ ਘਰ ਜਨਮ ਹੋਇਆ, ਸਭ ਉਸ ਰੂਪ ਦੇ ਵਿੱਚ, ਤੇ ਲੋਕ ਕਿੰਨਾ ਕਦਮ ਸਤਿਕਾਰ ਕਰਨਗੇ। ਗੁਰੂ ਬਾਬਾ ਜੀ ਨੇ ਕੁੱਲ ਬਦਲੀ, ਕਿਹਾ ਅਸੀਂ ਦੋਨੋਂ ਭਾਈ ਹਾਂ, ਇੱਥੋਂ ਭਾਈ ਲਫ਼ਜ਼ ਆਇਆ ਹੈ। ਇੱਕ ਨਵੀਂ ਕੁੱਲ ਨੂੰ ਸਟੈਬਲਿਸ਼ ਕੀਤਾ, ਫਿਰ ਉਸੇ ਰੂਪ ਦੇ ਸੰਗਤ ਦੀ ਸਥਾਪਤੀ ਕੀਤੀ, ਕਰਦਿਆਂ ਕਰਦਿਆਂ ਉਸ ਜਗ੍ਹਾ 'ਤੇ ਲਿਆ ਕੇ ਖੜਾ ਕਰ ਦਿੱਤਾ। ਦਸ਼ਮੇਸ਼ ਸਤਿਗੁਰੂ ਦੇ ਸਮੇਂ ਦੇ ਵਿੱਚ ਜਦੋਂ ਕਿਹਾ ਗਿਆ ਸਾਡਾ ਸਾਰਿਆਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਇੱਕੋ ਖਾਨਦਾਨ ਹੈ ਸਾਡਾ, ਕੁੱਲ ਬਦਲ ਗਈ ਸਾਰੀ। ਹੈ ਨਹੀਂ ਕਮਾਲ? ਕੈਸੀ ਕੁੱਲ! ਕੋਈ ਬੰਦਾ ਕਿਹਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰੇਗਾ? ਏਡੀ ਵੱਡੀ ਹਸਤੀ, ਸ਼ਾਹਾਂ ਦਾ ਸ਼ਾਹ, ਜਿਹਨੂੰ ਭਾਈ ਸਾਹਿਬ ਭਾਈ ਨੰਦ ਲਾਲ ਵਰਗੀਆਂ ਸਰੀਖੀਆਂ ਰੂਹਾਂ ਬਿਆਨ ਕਰਦੀਆਂ ਵੀ ਜੇ ਕਿਸੇ ਨੇ ਵੇਖਣਾ ਹੋਏ ਤੇ ਫਿਰ ਐਸੀ ਹਸਤੀ ਨੂੰ ਦੇਖੋ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਧਰਤੀ ਤੇ ਜਿਹਨੂੰ ਕੋਈ ਆਸਰਾ ਨਹੀਂ ਦੇ ਸਕਦਾ, ਨਾ ਉਹਦਾ ਆਸਰਾ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਸਕਦਾ ਹੈ। ਐਡਾ ਵੱਡਾ ਸ਼ਾਹ, ਸ਼ਾਹਾਂ ਦਾ ਸ਼ਾਹ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਐਸੀ ਕੁੱਲ ਸਥਾਪਿਤ ਕੀਤੀ। ਫਿਰ ਅਗਲਾ ਬਚਨ ਲਿਖਿਆ ਹੈ ਇਹਦੇ 'ਚ, ਪਤਵੰਤ, ਪਤਵੰਤ ਇੱਜ਼ਤ ਵਾਲੇ, ਪਤ ਵਾਲੇ, ਪਤਵੰਤੇ ਸੱਜਣ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ। ਇਸ ਤਰ੍ਹਾਂ ਜਾਣੋ, ਅਸੀਂ ਨਾ ਸੰਸਾਰੀ ਤੌਰ 'ਤੇ ਫੋਕੀਆਂ ਇੱਜ਼ਤਾਂ ਬਣਾਉਣ ਦੇ ਚੱਕਰ ਦੇ ਵਿੱਚ ਹਰ ਤਰ੍ਹਾਂ ਦਾ ਪ੍ਰਿੰਸੀਪਲ ਛੱਡਣ ਲਈ ਤਿਆਰ ਹੋ ਜਾਂਦੇ ਹਾਂ। ਲੋਕੀ ਤੇ ਨਾ ਨੱਕ ਨਹੀਂ ਰਹਿ ਹੁੰਦਾ, ਕੰਨ ਨਹੀਂ ਰਹਿ ਹੁੰਦੇ, ਲੋਕਾਂ 'ਚ ਇਸੇ ਚੀਜ਼ ਤੁਰੇ ਫਿਰਦੇ ਆ। ਮਾਫੀ ਚਾਹਾਂਗਾ, ਅਸੀਂ ਕਈ ਵਾਰੀ ਆਪਣੇ ਬੱਚਿਆਂ ਨੂੰ ਇਸੇ ਲਈ ਤੰਗ ਕਰਦੇ ਹਾਂ, ਲੋਕੀ ਕੀ ਕਹਿਣਗੇ, ਫਲਾਣਾ ਕੀ ਕਹੇਗਾ, ਇਸ ਰੂਪ ਦੇ ਵਿੱਚ ਨਾ, ਅਸੂਲ ਦੇ ਪੱਧਰ 'ਤੇ ਆ ਜਾਓ। ਗੁਰਮਤ ਸਕੂਲ ਨੇ ਕਿਹਾ ਇੱਜ਼ਤ ਆਪਣੇ ਜ਼ਹਿਨ ਤੋਂ ਸ਼ੁਰੂ ਹੁੰਦੀ ਹੈ। ਜੇ ਤੁਸੀਂ ਆਪਣੇ ਜ਼ਮੀਰ ਦੇ ਸਾਹਮਣੇ ਆਪਣੀ ਡਿਸਰਿਸਪੈਕਟ ਕਰ ਲੈਂਦੇ ਹੋ ਨਾ, ਤੁਹਾਡੀ ਜਿੰਨੀ ਮਰਜ਼ੀ ਬਾਹਰ ਰਿਸਪੈਕਟ ਹੋਏ,
ਸਭ ਬੇਕਾਰ ਹੈ। ਜੋ ਤੁਸੀਂ ਆਪਣੇ ਕੌਂਸ਼ੀਅਸ ਦੇ ਸਾਹਮਣੇ ਆਪਣੀ ਰਿਸਪੈਕਟ ਬਿਲਡ ਕਰਦੇ ਹੋ, ਬਾਹਰੋਂ ਭਾਵੇਂ ਕੋਈ ਤੁਹਾਨੂੰ ਲੱਖ ਆ ਕੇ ਬੁਰਾ ਕਹਿਣਾ ਚਾਹੇ। ਗੁਰੂ ਨਾਨਕ ਸਾਹਿਬ ਨੂੰ ਕੀ ਨਹੀਂ ਕਿਹਾ? ਬਾਬਾ ਜੀ ਕਹਿੰਦੇ ਮੈਨੂੰ ਇੱਥੋਂ ਤੱਕ ਕਿਹਾ ਗਿਆ, ਕੋਈ ਆਖੈ ਭੂਤ ਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਬਾਬਾ ਜੀ ਬਿਆਨ ਕਰਦੇ ਮੈਨੂੰ ਸਭ ਕੁਛ ਹੀ ਕਿਹਾ, ਪਰ ਹਾਂ ਮੈਂ ਕਦੀ ਪਰਵਾਹ ਨਹੀਂ ਕੀਤੀ। ਬਾਬਾ ਕਬੀਰ ਜੀ ਦਾ ਬਚਨ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਕਰਨੀ, ਕਿਸੇ ਨੂੰ ਭੰਡਣਾ, ਭਤਸਨਾ ਕਰਨੀ। ਬਾਬਾ ਜੀ ਕਹਿੰਦੇ ਤਾਂ ਕੀ ਫਰਕ ਪੈਂਦਾ? ਮੈਂ ਆਪਣੀ ਰਾਹ ਦੇ ਉੱਤੇ ਬਿਲਕੁਲ ਸਹੀ ਡਗਰ ਤੇ ਤੁਰਿਆ ਜਾ ਰਿਹਾ। ਸੋ ਬਚਨ ਆਇਆ, ਜੋ ਇਸ ਆਪਣੇ ਆਪੇ ਨੂੰ ਜਾਣ ਕੇ ਇਸ ਰਾਹ ਦੇ ਰਾਗੀਰ ਹੋਏ, ਸੱਚ ਦੇ ਧਰਮ ਦੇ ਨਾਮ ਦੇ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜ਼ਿੰਦਗੀ ਦੇ ਵਿੱਚ ਤੁਰਦਿਆਂ ਤੁਰਦਿਆਂ ਜੀਵਨ ਜਿਉਂਦਿਆਂ ਜਿਉਂਦਿਆਂ ਮੁਕਤੀ ਆ ਗਈ। ਨਹੀਂ ਤੇ ਇਹ ਕਿਆ ਮਤਲਬ ਈਵਨ ਈਸਾਈਅਤ ਦੀਆਂ ਵੀ ਬਹੁਤ ਸਾਰੀਆਂ ਪਰੰਪਰਾਵਾਂ ਨੇ ਜਿਨ੍ਹਾਂ ਦੇ ਵਿੱਚ ਮਰਨ ਉਪਰੰਤ ਕਿਸੇ ਨੂੰ ਸੰਤ ਦੀ ਉਪਾਧੀ ਦਿੱਤੀ ਜਾਂਦੀ ਹੈ, ਜਾਂ ਇਸ ਕਿਸਮ ਦੇ ਤਮਗੇ ਦਿੱਤੇ ਜਾਂਦੇ ਨੇ ਵੀ ਆਹ ਮੁਕਤ ਹੋ ਗਿਆ, ਆਹ ਮੁਕਤ ਹੋ ਗਿਆ। ਬਾਬਾ ਜੀ ਕਹਿੰਦੇ ਜੀਵਨ ਮੁਕਤ, ਜਿਉਂਦੇ ਜੀ ਹੀ ਬੰਦੇ ਦੀ ਸੈਲਵੇਸ਼ਨ ਆ। ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜਿਹਨੂੰ ਭਗਵੰਤ ਅਕਾਲ ਪੁਰਖ ਵਾਹਿਗੁਰੂ ਦਾ ਪੈਪਾਵ ਆ ਗਿਆ, ਉਹ ਸਹੀ ਰੂਪ ਵਿੱਚ ਮੁਕਤ ਹੋ ਗਿਆ। ਤੇ ਐਸੀਆਂ ਹਸਤੀਆਂ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜੀਵਨ ਦੇ ਨੂੰ 3 ਮਰਹਲੇ ਨੇ, 3 ਪੜਾਅ ਨੇ। ਪਹਿਲਾ ਹੈਗਾ ਨਿਕਾਸ, ਦੂਜਾ ਹੈਗਾ ਵਿਕਾਸ, ਤੀਜਾ ਹੈ ਵਿਨਾਸ਼। ਨਿਕਾਸ, ਵਿਕਾਸ ਤੇ ਵਿਨਾਸ਼। ਨਿਕਾਸ ਇਸ ਤਰ੍ਹਾਂ ਜਾਣੋ ਜਿਵੇਂ ਪਹਾੜ ਦੇ ਸੀਨੇ ਨੂੰ ਚਾਕ ਕਰਕੇ ਝਰਨਾ ਫੁੱਟਦਾ ਆ, ਇਹ ਉਹਦਾ ਨਿਕਾਸ ਹੈ। ਵਿਕਾਸ ਕੀ ਹੋਏਗਾ? ਫੁੱਟਿਆ ਹੋਇਆ ਝਰਨਾ ਦਰਿਆ ਬਣ ਕੇ ਮੈਦਾਨਾਂ 'ਚ ਵਗੇ। ਵਿਨਾਸ਼ ਕੀ ਹੋਏਗਾ? ਜਦੋਂ ਸਮੁੰਦਰ 'ਚ ਜਾ ਕੇ ਡਿੱਗ ਜਾਏ, ਖਤਮ ਹੋ ਜਾਏ। ਇਸੇ ਬਿਨ ਜੀਵਨ ਆ, ਇੱਕ ਉਹਦੀ ਸ਼ੁਰੂਆਤ ਆ, ਉਹਦੀ ਇੱਕ ਪ੍ਰੋਗਰੈਸ ਦਾ ਲੈਵਲ ਆ, ਉਸ ਤੋਂ ਬਾਅਦ ਫਿਰ ਉਹ ਬਿਲਕੁਲ ਆਪਣੇ ਆਪ ਨੂੰ ਦੁਬਾਰਾ ਫਿਰ ਐਲੀਮੀਨੇਟ ਕਰ ਲੈਂਦਾ। ਅਸੀਂ ਸਾਰੇ ਇਹੋ ਜਿਹਾ ਜੀਵਨ ਜੀਂਦੇ ਹਾਂ, ਪਰ ਕੁਝ ਰੂਹਾਂ ਐਸੀਆਂ ਹੁੰਦੀਆਂ ਜਿਨ੍ਹਾਂ ਦਾ ਧਰਤੀ 'ਤੇ ਆਉਣਾ ਉਹ ਆਮ ਘਟਨਾ ਨਹੀਂ ਹੁੰਦੀ, ਬੜੀ ਵੱਡੀ ਘਟਨਾ ਹੁੰਦੀ ਹੈ। ਉਹ ਧਰਤੀ ਦੇ ਯੁੱਗ ਪੁਰਸ਼ ਹੋ ਜਾਂਦੇ ਨੇ। ਉਹਨਾਂ ਦਾ ਧਰਤੀ 'ਤੇ ਰਹਿਣਾ ਆਮ ਜਿਹਾ ਰਹਿਣਾ ਨਹੀਂ ਹੁੰਦਾ। ਉਹ ਧਰਤੀ ਦੇ ਉੱਤੇ ਹਰ ਚੀਜ਼ ਉੱਤੇ ਛਾਪ ਛੱਡਦੇ ਨੇ। ਉਹਨਾਂ ਦਾ ਧਰਤੀ ਤੋਂ ਗੁਜ਼ਰ ਜਾਣਾ ਆਮ ਬੰਦਿਆਂ ਵਰਗਾ ਗੁਜ਼ਰ ਜਾਣਾ ਨਹੀਂ ਹੁੰਦਾ। ਉਹ ਗੁਜ਼ਰ ਕੇ ਵੀ ਧਰਤੀ 'ਤੇ ਹਮੇਸ਼ਾ ਯਾਦ ਰਹਿੰਦੇ ਨੇ। ਇਹਨਾਂ ਲੋਕਾਂ ਨੂੰ ਅਸੀਂ ਅਵਤਾਰੀ ਰੂਹਾਂ ਕਹਿੰਦੇ ਹਾਂ। ਮਹਾਰਾਜ ਨੇ ਬਿਆਨ ਕੀਤਾ, ਜਿਹੜੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਇਹੋ ਜਿਹੇ ਜਨ ਦਾ ਧਰਤੀ 'ਤੇ ਆਉਣਾ ਵਡਭਾਗਤਾ ਹੈ, ਜਿਹਦੇ ਕਰਕੇ ਸੰਸਾਰ ਤਰ ਗਿਆ, ਜਿਨ੍ਹਾਂ ਨੂੰ ਗੁਰਪ੍ਰਸਾਦ, ਜਿਹਨਾਂ ਨੂੰ ਅਸਲ ਆਉਣ ਦੇ ਨਾਲ ਸੰਸਾਰ ਨੂੰ ਕੁਝ ਗਿਆਨ ਸੋਝੀ ਦਿੱਤੀ। ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਇਹੋ ਜਿਹੇ ਜਨ ਧਰਤੀ 'ਤੇ ਆਏ, ਰਹੇ, ਵਿਚਰੇ। ਕੀ ਕੀਤਾ? ਉਹਨਾਂ ਦਾ ਇੱਕੋ ਸੁਆਓ, ਇੱਕੋ ਮਨੋਰਥ, ਨਾਮ ਤੇ ਨਾਮ ਦੀ ਮਹਿਮਾ ਨਾਲ ਲੋਕਾਂ ਨੂੰ ਜੋੜਨਾ। ਗੁਰੂ ਬਾਬਾ ਜੀ, ਗੁਰੂ ਨਾਨਕ ਮਹਾਰਾਜ, ਗੁਰੂ ਅਰਜਨ ਸਾਹਿਬ, ਬਾਬਾ ਕਬੀਰ ਜੀ, ਅਸੀਂ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹਾਂ, ਇਹ ਉਹ ਨੇ ਜਿਨ੍ਹਾਂ ਨੇ ਸਾਨੂੰ ਇਸ ਧਰਤੀ 'ਤੇ ਵਿਚਰਨਾ, ਜੀਣਾ ਸਿਖਾ ਦਿੱਤਾ। ਸਾਹਿਬ ਕਹਿੰਦੇ ਉਹਨਾਂ ਦਾ ਧਰਤੀ 'ਤੇ ਆਉਣ ਦਾ ਮਨੋਰਥ ਹੀ ਇਹ ਸੀਗਾ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਹੜੇ ਆਪ ਮੁਕਤ ਸੀ ਤੇ ਸਾਨੂੰ ਮੁਕਤੀ ਦਾ ਪਾਠ ਪੜ੍ਹਾ ਗਏ, ਉਹਨਾਂ ਨੂੰ ਸਦੀਵ ਕਾਲੀ ਅਸੀਂ ਨਮਸਕਾਰ ਕਰਦੇ ਹਾਂ। ਉਹਨਾਂ ਨੂੰ ਇੱਜ਼ਤ, ਰਿਸਪੈਕਟ ਜਿੰਨਾ ਹੋ ਸਕੇ ਉਸ ਰੂਪ ਵਿੱਚ ਉਹਨਾਂ ਨੂੰ ਅਸੀਂ ਪੇ ਕਰਦੇ ਹਾਂ। ਇਹ ਗੁਰੂ ਮਹਾਰਾਜ ਦੇ ਬਚਨ ਸਿਖਾਉਂਦੇ। ਮੁੱਕਦੀ ਗੱਲ ਇਹ ਹੈ, ਜਿਵੇਂ ਜਿਵੇਂ ਗਿਆਨ ਦੀਆਂ ਪੌੜੀਆਂ ਚੜ੍ਹਾਂਗੇ ਤੇ ਇਹਦੀ ਕੋਈ ਸੀਮਾ ਨਹੀਂ ਗੀ, ਲਿਮਿਟ ਨਹੀਂ ਗੀ। ਇਨਸਾਨ ਅੱਜ ਦੀ ਦੁਨੀਆ ਜਿੱਥੋਂ ਬਾਤ ਸ਼ੁਰੂ ਕੀਤੀ ਸੀ, ਇਨਸਾਨ ਵਿੱਚੋਂ ਇਨਸਾਨ ਨਜ਼ਰ ਨਹੀਂ ਪੈਂਦਾ। ਬਾਬਾ ਜੀ ਕਹਿੰਦੇ ਇਨਸਾਨ ਦੇਵਤਾ ਬਣ ਸਕਦਾ ਹੈ। ਈਵਨ ਐਸੇ ਦੈਵ ਰੰਗ 'ਚ, ਦੈਵੀ ਗੁਣਾਂ 'ਚ ਪਰਨਾ ਸਕਦਾ ਹੈ। ਆਪ ਹੀ ਨਹੀਂ, ਹੋਰਨਾਂ ਨੂੰ ਦੈਵੀ ਗੁਣਾਂ ਦੇ ਧਾਰਨੀ ਕਰਵਾ ਸਕਦਾ ਹੈਗਾ। ਸੋ ਇਹ 23 ਨੰਬਰ ਅਸ਼ਟਪਦਾ ਇੱਥੇ ਸੰਪੂਰਨ ਹੁੰਦਾ ਹੈ। 24 ਨੰਬਰ ਬਚਨ ਦੀ ਸ਼ੁਰੂਆਤ ਆਉਂਦੇ ਕੱਲ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।